हाँ जी स्टूडेंट। ਤਾਂ ਸਭ ਤੋਂ ਪਹਿਲਾਂ ਆਪਾਂ ਅੱਜ ਮੈਂ ਤੁਹਾਡਾ GSY ਕ੍ਰਿਸ਼ਨ ਯਾਦਵ ਜਿਹੜਾ YouTube ਚੈਨਲ ਹੈ ਇਹਦੇ ਉੱਪਰ ਸਵਾਗਤ ਕਰਦਾ ਹਾਂ। ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਅੱਜ ਜਿਹੜਾ ਪੋਰਸ਼ਨ ਆਪਾਂ ਲੈ ਕੇ ਆਏ ਹਾਂ ਅੱਜ, ਤਾਂ ਕਿਉਂਕਿ ਹੁਣ 9 ਜਨਵਰੀ ਨੂੰ ਪੇਪਰ ਹੋਣਾ ਹੈਗਾ ਮਾਸਟਰ ਕੇਡਰ ਦਾ, SST ਦਾ ਪੇਪਰ ਵੀ ਹੋਣਾ ਉਸ ਦਿਨ, ਮੈਥ ਦਾ ਵੀ ਹੋਣਾ, ਸਾਇੰਸ ਦਾ ਵੀ ਹੋਣਾ। ਤਾਂ ਮੈਂ ਤੁਹਾਨੂੰ ਅੱਜ 2015 ਦੇ ਵਿੱਚ ਜਿਹੜੀ ਵੈਕੈਂਸੀਜ਼ ਆਈਆਂ ਸੀਗੀਆਂ ਮਾਸਟਰ ਕੇਡਰ ਦੀਆਂ, ਉਹਦਾ ਜਿਹੜਾ SST ਦਾ ਪੋਰਸ਼ਨ ਸੀਗਾ ਤੇ ਉਹ 2016 ਦੇ ਵਿੱਚ ਪੇਪਰ ਹੋਇਆ ਸੀਗਾ, ਉਹਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਆਏ ਸੀਗੇ ਮਾਸਟਰ ਕੇਡਰ ਦੇ ਵਿੱਚ ਪੋਲੀਟੀਕਲ ਸਾਇੰਸ ਦੇ, ਤਾਂ ਉਹਦਾ ਮੈਂ ਤੁਹਾਨੂੰ ਪੇਪਰ ਲੈ ਕੇ ਆਇਆ ਅੱਜ। ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਅੱਜ, ਇਹਨੂੰ ਸੋਲਵ ਕਰਾਂਗੇ ਆਪਾਂ ਅੱਜ। ਤੇ ਇਹਦੇ ਵਿੱਚ 75 ਕੁਐਸਚਨ ਆਏ ਸੀਗੇ। ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਵੀ ਮਾਸਟਰ ਕੇਡਰ ਦੇ ਵਿੱਚ 4 ਪਾਰਟਸ ਦੇ ਵਿੱਚ ਤੁਹਾਨੂੰ ਪੇਪਰ ਆਊਗਾ ਇਹ। ਇਹਦੇ ਵਿੱਚ ਇੱਕ ਪਾਰਟ ਜਿਹੜਾ ਹੋਊਗਾ ਤੁਹਾਡਾ ਉਹ ਪੋਲੀਟੀਕਲ ਸਾਇੰਸ ਦਾ ਹੋਊਗਾ, ਇੱਕ ਪੋਰਸ਼ਨ ਜਿਹੜਾ ਤੁਹਾਡਾ ਹਿਸਟਰੀ ਦਾ ਹੋਊਗਾ, ਇੱਕ ਪੋਰਸ਼ਨ ਤੁਹਾਡਾ ਜੀਓਗ੍ਰਾਫੀ ਦਾ ਹੋਊਗਾ ਤੇ ਇੱਕ ਪੋਰਸ਼ਨ ਜਿਹੜਾ ਇਕਨੋਮਿਕਸ ਦਾ ਹੋਊਗਾ। ਠੀਕ ਹੈ ਜੀ। ਇਹ 75 ਨੰਬਰ ਦੇ ਨੇ ਸਾਰੇ ਪੋਰਸ਼ਨ ਇਹ। ਇਹਦੇ ਵਿੱਚੋਂ ਤੁਸੀਂ ਕੋਈ ਵੀ ਜਿਹੜੇ 2 ਪਾਰਟਸ ਨੇ ਉਹ ਚੂਜ਼ ਕਰਨੇ ਹੈ। ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਪੋਲੀਟੀਕਲ ਸਾਇੰਸ ਤੇ ਹਿਸਟਰੀ ਚੂਜ਼ ਕੀਤਾ ਹੈ ਤਾਂ ਤੁਹਾਡੇ ਇਹ ਦੋਨੇ ਮਿਲਾ ਕੇ 150 ਨੰਬਰ ਦਾ ਪੋਰਸ਼ਨ ਬਣ ਜਾਊਗਾ। ਤੁਸੀਂ ਜੇ ਮੰਨ ਲਓ ਪੋਲੀਟੀਕਲ ਸਾਇੰਸ ਤੇ ਜੀਓਗ੍ਰਾਫੀ ਚੂਜ਼ ਕਰਦੇ ਹੋ ਤਾਂ 75 ਨੰਬਰ ਮਿਲਾ ਕੇ 150 ਨੰਬਰ ਬਣ ਜਾਣਗੇ ਇਹਦੇ ਵਿੱਚ। ਠੀਕ ਹੈ ਜੀ, ਕਲੀਅਰ। ਤਾਂ ਇਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਇਹ ਸਾਰਾ ਵੀ ਆਪਾਂ ਇਹਨੂੰ ਕਰਨਾ ਹੈਗਾ। ਚਲੋ ਆਪਾਂ ਸਟਾਰਟ ਕਰਦੇ ਹਾਂ। ਆਪਾਂ ਸਭ ਤੋਂ ਪਹਿਲਾ ਕੁਐਸਚਨ ਇਹ ਦੇਖੋ, ਵਾਟ ਇਜ਼ ਦਾ ਫਾਰਮ ਆਫ ਗਵਰਨਮੈਂਟ ਇਨ ਇੰਡੀਆ। ਭਾਰਤ ਦੇ ਵਿੱਚ ਜਿਹੜਾ ਸਰਕਾਰ ਦਾ ਰੂਪ ਕੀ ਹੈ ਜਾਂ ਉਹਦਾ ਸਟਰਕਚਰ ਕੀ ਹੈਗਾ। ਤਾਂ ਸਾਨੂੰ ਪਤਾ ਵੀ ਭਾਰਤ ਦੇ ਵਿੱਚ ਜਿਹੜਾ ਕਿ ਪਾਰਲੀਮੈਂਟਰੀ ਸਿਸਟਮ ਨੂੰ ਅਪਣਾਇਆ ਗਿਆ, ਪਾਰਲੀਮੈਂਟਰੀ ਸਿਸਟਮ ਨੂੰ ਅਡਾਪਟ ਕੀਤਾ ਗਿਆ। ਜਿਹੜਾ ਫੈਡਰਲ ਸਿਸਟਮ ਹੁੰਦਾ, ਫੈਡਰਲ ਸਿਸਟਮ USA ਦੇ ਵਿੱਚ ਹੈ। ਫੈਡਰਲ ਸਿਸਟਮ ਦਾ ਮਤਲਬ ਕੀ ਹੁੰਦਾ ਹੈਗਾ ਵੀ ਜਿੱਥੇ ਸ਼ਕਤੀਆਂ ਦੀ ਬਰਾਬਰ ਵੰਡ ਕੀਤੀ ਗਈ ਹੈ। ਠੀਕ ਹੈ। ਤੇ ਪਰ ਇੰਡੀਆ ਦੇ ਵਿੱਚ ਸੈਮੀ ਫੈਡਰਲਿਜ਼ਮ ਵੀ ਆਪਾਂ ਕਹਿ ਸਕਦੇ ਹਾਂ। ਭਾਰਤ ਦੇ ਵਿੱਚ ਸੰਸਦੀ ਪ੍ਰਣਾਲੀ ਨੂੰ ਅਪਣਾਇਆ ਗਿਆ ਹੈਗਾ, ਪਰ ਇਹਦੇ ਵਿੱਚ ਵੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਪਰ ਟੋਟਲੀ ਸ਼ਕਤੀਆਂ ਦੀ ਵੰਡ ਨਹੀਂ ਕੀਤੀ ਗਈ ਹੈ। USA ਇੱਕ ਇਹੋ ਜਿਹਾ ਕੰਟਰੀ ਹੈ ਜਿੱਥੇ ਸ਼ਕਤੀਆਂ ਦੀ ਬਰਾਬਰ ਵੰਡ ਕੀਤੀ ਗਈ ਹੈ। ਉੱਥੇ ਸਟੇਟਾਂ ਕੋਲ ਵੀ ਸ਼ਕਤੀਆਂ ਨੇ, ਪਾਵਰਸ ਨੇਗੀਆਂ, ਤੇ ਉੱਥੇ ਸੈਂਟਰਲ ਗਵਰਨਮੈਂਟ ਕੋਲ ਵੀ ਪਾਵਰ ਨੇ। ਉੱਥੇ ਸ਼ਕਤੀਆਂ ਦੀ ਡਿਵਾਈਡੇਸ਼ਨ ਜਿਹੜੀ ਹੈ ਬਰਾਬਰ ਰੂਪ ਦੇ ਵਿੱਚ ਕੀਤੀ ਗਈ ਹੈ। ਨੈਕਸਟ ਕੁਐਸਚਨ ਹੈਗਾ ਜੀ ਨੰਬਰ 2, ਵਿਚ ਆਰਟੀਕਲ ਡੀਲਸ ਵਿਦ ਐਸਟੈਬਲਿਸ਼ਮੈਂਟ ਐਂਡ ਕੰਸਟੀਟਿਊਸ਼ਨ ਆਫ ਸੁਪਰੀਮ ਕੋਰਟ ਇਨ ਇੰਡੀਆ। ਮਤਲਬ ਵੀ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਹੈ ਉਹਦੀ ਸਥਾਪਨਾ ਅਤੇ ਉਹਦੇ ਸੰਗਠਨ ਦੇ ਨਾਲ ਕਿਹੜਾ ਆਰਟੀਕਲ ਜਿਹੜਾ ਸੰਬੰਧਿਤ ਹੈ। ਤਾਂ ਸਾਨੂੰ ਪਤਾ ਹੈ ਜੀ ਵੀ ਆਰਟੀਕਲ 124 ਦੇ ਤਹਿਤ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਸਥਾਪਨਾ ਉਹ ਕੀਤੀ ਜਾਂਦੀ ਹੁੰਦੀ ਹੈ। ਭਾਰਤ ਦੇ ਵਿੱਚ 28 ਜਨਵਰੀ 1950 ਨੂੰ ਸਾਡੀ ਸੁਪਰੀਮ ਕੋਰਟ ਜਿਹੜੀ ਸੀ ਇਹਨੂੰ ਸਟੈਬਲਿਸ਼ ਕੀਤਾ ਗਿਆ ਸੀ, 28 ਜਨਵਰੀ 1950 ਨੂੰ। ਤਾਂ ਇਹਦਾ ਆਨਸਰ ਆਊਗਾ ਜੀ ਸੈਕਿੰਡ ਦਾ A ਆਨਸਰ। ਨੈਕਸਟ ਜੀ 3 ਨੰਬਰ, ਵੇਅਰ ਇਜ਼ ਦਾ ਸੀਟ ਆਫ ਇੰਡੀਅਨ ਸੁਪਰੀਮ ਕੋਰਟ। ਭਾਰਤ ਦੀ ਜਿਹੜੀ ਸੁਪਰੀਮ ਕੋਰਟ ਹੈ ਜਾਂ ਉੱਚ ਅਦਾਲਤ ਹੈ, ਇਹਦਾ ਹੈੱਡਕੁਆਟਰ ਕਿੱਥੇ ਜਾਂ ਕਿੱਥੇ ਸਥਿਤ ਹੈ। ਤਾਂ ਇਹ ਸਾਨੂੰ ਸਿੰਪਲ ਕੁਐਸਚਨ ਆਇਆ ਸੀ, ਵੈਰੀ ਸਿੰਪਲ ਕੁਐਸਚਨ ਸੀਗਾ। ਤਾਂ ਦਿੱਲੀ ਦੇ ਵੀ ਸਾਨੂੰ ਪਤਾ ਹੈ ਜੀ। ਪਰ ਜੇ ਰਾਸ਼ਟਰਪਤੀ ਚਾਹੇ, ਰਾਸ਼ਟਰਪਤੀ ਦੀ ਪਰਮਿਸ਼ਨ ਦੇ ਨਾਲ ਸੁਪਰੀਮ ਕੋਰਟ ਆਪਣੇ ਸਥਾਨ ਨੂੰ ਬਦਲ ਸਕਦੀ ਹੈ। 2 ਵਾਰੀ ਸਥਾਨ ਚੇਂਜ ਹੋਇਆ ਸੀਗਾ। ਇੱਕ ਵਾਰੀ ਹੈਦਰਾਬਾਦ ਦੇ ਵਿੱਚ ਲਾਈ ਗਈ ਸੀ ਆਈ ਥਿੰਕ, ਇੱਕ ਵਾਰੀ ਸ਼੍ਰੀਨਗਰ ਦੇ ਵਿੱਚ ਲਾਈ ਗਈ ਸੀਗੀ ਸੁਪਰੀਮ ਕੋਰਟ ਵਿੱਚ। ਠੀਕ ਹੈ। ਅਦਰਵਾਈਜ਼ ਬਾਕੀ ਜਿਹੜੀ ਸੁਪਰੀਮ ਕੋਰਟ ਆਪਣੇ ਫੈਸਲੇ ਕਰਦੀ ਹੈ, ਸੁਣਵਾਈ ਕਰਦੀ ਹੈ, ਉਹ ਦਿੱਲੀ ਦੇ ਵਿੱਚ ਹੀ ਕਰਦੀ ਹੈ। ਠੀਕ ਹੈ ਜੀ। ਤਾਂ ਇਹਦਾ ਆਨਸਰ ਆਊਗਾ ਜੀ A ਦਿੱਲੀ। ਨੈਕਸਟ 4 ਨੰਬਰ ਕੁਐਸਚਨ ਹੈ ਜੀ, ਹੂ ਵਾਜ਼ ਨੋਟ ਦਾ ਚੀਫ ਜਸਟਿਸ ਆਫ ਸੁਪਰੀਮ ਕੋਰਟ। ਮਤਲਬ ਇਹਨਾਂ ਵਿੱਚੋਂ ਕਿਹੜਾ ਵੀ ਵਿਅਕਤੀ ਜਿਹੜਾ ਉਹ ਭਾਰਤ ਦੀ ਸੁਪਰੀਮ ਕੋਰਟ ਜਾਂ ਉੱਚ ਅਦਾਲਤ ਦਾ ਮੁੱਖ ਜੱਜ ਨਹੀਂ ਰਿਹਾ, ਚੀਫ ਜਸਟਿਸ ਨਹੀਂ ਰਿਹਾ। ਤਾਂ ਸਾਨੂੰ ਪਤਾ ਜੀ AN ਰॉय ਵੀ ਰਹੇ ਨੇ, PN ਭਗਤੀ ਜਿਨ੍ਹਾਂ ਨੇ PIL ਬਣਾਉਣ ਦੇ ਵਿੱਚ ਯੋਗਦਾਨ ਪਾਇਆ ਸੀ। PIL ਆਪਾਂ ਜਦੋਂ ਕਦੇ ਕਲਾਸਿਸ ਵਗੈਰਾ ਡਿਸਕਸ ਕੀਤੀ ਤਾਂ ਉਹਦੇ ਵਿੱਚ ਆਪਾਂ ਗੱਲ ਕਰ ਲਾਂਗੇ ਦੀ। ਠੀਕ ਹੈ ਜੀ। MH ਪ੍ਰੇਗ ਵੀ ਰਹੇ ਨੇਗੇ। ਠੀਕ ਹੈ ਜੀ। MC ਸਟੇਲਵਾਗ ਜਿਹੜੇ ਸੀਗੇ ਇਹ ਭਾਰਤ ਦੇ ਅਟਾਰਨੀ ਜਨਰਲ ਸੀ ਜੀ ਪਹਿਲੇ, ਇਸ ਕਰਕੇ ਇਹਨਾਂ ਦਾ ਆਨਸਰ ਆਊਗਾ ਜੀ D ਆਨਸਰ। ਠੀਕ ਹੈ ਜੀ। MC ਸਟੇਲਵਾਗ। ਨੈਕਸਟ ਹੈ ਜੀ 5th ਨੰਬਰ ਕੁਐਸਚਨ, ਲੈਜਿਸਲੇਟਿਵ ਕਾਉਂਸਲ ਵਾਜ ਐਬੋਲਿਸ਼ਡ ਇਨ ਪੰਜਾਬ ਵਾਜ ਇਫੈਕਟ ਫਰੋਮ। ਮਤਲਬ ਜਿਹੜੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਵਿਧਾਨ ਕੌਂਸਲ ਦਾ ਮਤਲਬ ਪਰਿਸ਼ਦ, ਵਿਧਾਨ ਪਰਿਸ਼ਦ ਜਿਹੜੀ ਸਾਨੂੰ ਪਤਾ ਵੀ ਪੰਜਾਬ ਦੇ ਵਿੱਚ ਹੈ, ਉਹ ਵਿਧਾਨ ਪਰਿਸ਼ਦ ਹੈ ਨਹੀਂ ਗੀ। ਤਾਂ ਉਹਨੂੰ ਕਦੋਂ ਖਤਮ ਕੀਤਾ ਗਿਆ ਸੀ? ਇਹਨੂੰ ਵੈਸੇ 1969 ਦੇ ਐਕਟ ਦੇ ਤਹਿਤ ਖਤਮ ਕੀਤਾ ਗਿਆ ਸੀ, ਪਰ ਇਹ ਪ੍ਰਭਾਵੀ ਕਦੋਂ ਤੋਂ ਹੋ ਗਈ ਸੀ? ਤਾਂ ਇਹ 7 ਜਨਵਰੀ 1970 ਤੋਂ ਪ੍ਰਭਾਵੀ ਹੋਈ ਸੀ। ਇਸ ਕਰਕੇ ਆਨਸਰ ਇਹਦਾ ਬਣ ਜਾਊਗਾ ਜੀ B ਆਨਸਰ। ਨੈਕਸਟ ਹੈ 6th ਨੰਬਰ ਕੁਐਸਚਨ, ਸਿੰਪਲ ਕੁਐਸਚਨ ਹੈ, ਵਾਟ ਇਜ਼ ਦਾ ਨੰਬਰ ਆਫ ਸੀਟਸ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ। ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈਗੀ ਉਹਦੇ ਵਿੱਚ ਕੁੱਲ ਸੀਟਾਂ ਦੀ ਜਿਹੜੀ ਸੰਖਿਆ ਕਿੰਨੀ ਹੈ ਸਾਨੂੰ ਪਤਾ, ਸਾਰਿਆਂ ਨੂੰ ਪਤਾ ਹੋਊਗਾ ਜੀ ਇਹ। ਤਾਂ 117 ਨੰਬਰ ਇਹਦਾ ਆਨਸਰ ਆਊਗਾ ਜੀ A ਆਨਸਰ ਆਊਗਾ ਇਹਦਾ। ਨੈਕਸਟ ਜੀ 7th ਨੰਬਰ ਕੁਐਸਚਨ, ਹੂ ਵੈਲਕਮ ਜੁਡੀਸ਼ੀਅਲ ਐਕਟਿਵਿਜ਼ਮ ਇਨ ਇੰਡੀਆ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਜਿਹੜਾ ਜੁਡੀਸ਼ੀਅਲ ਐਕਟਿਵਿਜ਼ਮ ਹੈ ਕੀ ਹੈ। ਜੁਡੀਸ਼ੀਅਲ ਐਕਟਿਵ ਦਾ ਮਤਲਬ ਹੁੰਦਾ ਹੈ ਵੀ ਜਦੋਂ ਸਾਡੀ ਐਗਜ਼ੀਕਿਊਟਿਵ ਜਾਂ ਸਾਡੀ ਜਿਹੜੀ ਹੈ ਲੈਜਿਸਲੇਟਿਵ, ਮਤਲਬ ਸਾਡੀ ਜਿਹੜੀ ਕਾਰਜਪਾਲਿਕਾ ਜਾਂ ਸਾਡੀ ਜਿਹੜੀ ਵਿਧਾਨ ਪਾਲਿਕਾ ਹੈਗੀ, ਇਹ ਕਿਸੇ ਕੰਮ ਨੂੰ ਕਰਨ ਦੇ ਵਿੱਚ ਅਸਮਰਥਾ ਦਿਖਾਉਂਦੇ ਨੇ ਜਾਂ ਨਹੀਂ ਕਰਦੇ ਕੰਮ ਨੂੰ ਉਹ, ਤਾਂ ਉੱਥੇ ਫਿਰ ਸਾਡੀ ਜੁਡੀਸ਼ਰੀ, ਸੁਪਰੀਮ ਕੋਰਟ ਜਾਂ ਹਾਈ ਕੋਰਟ ਕੀ ਹੁੰਦੀਆਂ ਨੇ, ਐਕਟਿਵ ਹੁੰਦੀਆਂ ਨੇ, ਤੇ ਉਹ ਕਾਰਜਪਾਲਿਕਾ ਦੇ ਤੇ ਵਿਧਾਨ ਪਾਲਿਕਾ ਦੇ ਕੰਮ ਨੂੰ ਕਰਵਾਉਂਦੀਆਂ ਨੇਗੀਆਂ। ਉਹਨੂੰ ਅਸੀਂ ਕੀ ਬੋਲਦੇ ਹਾਂ? ਉਹਨੂੰ ਅਸੀਂ ਜੁਡੀਸ਼ੀਅਲ ਐਕਟਿਵਿਜ਼ਮ ਦਾ ਨਾਮ ਦੇ ਦਿੰਦੇ ਹਾਂ।
ठीक है। ਤੇ ਭਾਰਤ ਵਿੱਚ ਨਿਰਪੱਖ ਚੇਤਨਾ ਦਾ ਸਵਾਗਤ ਕਿਹਨੇ ਕੀਤਾ ਸੀ, ਜੁਡੀਸ਼ੀਅਲ ਐਕਟਿਵਿਜ਼ਮ ਦਾ ਸਵਾਗਤ ਕਿਹਨੇ ਕੀਤਾ ਸੀਗਾ, ਤਾਂ ਇਹ ਲਾਰਜ ਨੇ ਵੀ ਕੀਤਾ ਸੀ ਤੇ ਪਬਲਿਕ ਨੇ ਵੀ ਕੀਤਾ ਸੀਗਾ ਜੀ। ਤਾਂ ਇਸ ਕਰਕੇ ਇਹਦਾ ਆਨਸਰ ਬਣ ਜਾਊਗਾ ਜੀ ਬੀ ਐਂਡ ਸੀ ਆਨਸਰ ਬਣ ਜਾਊਗਾ। ਪੋਲੀਟੀਸ਼ੀਅਨ ਤੇ ਉਹ ਕਰ ਨਹੀਂ ਸਕਦੇ ਹੈਗੇ ਨਾ, ਠੀਕ ਹੈ, ਜੁਡੀਸ਼ੀਅਲ ਐਕਟਿਵਿਜ਼ਮ ਦਾ, ਠੀਕ ਹੈ ਜੀ, ਉਹ ਆਪਣੀ ਪਾਵਰਸ ਨੂੰ ਕਿਉਂ ਟ੍ਰਾਂਸਫਰ ਕਰਨੀ ਜੁਡੀਸ਼ੀਅਲ ਕੋਲੇ ਜਾਂ ਜੁਡੀਸ਼ਰੀ ਕੋਲੇ, ਠੀਕ ਹੈ ਜੀ। ਨੈਕਸਟ 8 ਨੰਬਰ ਕੁਐਸਚਨ ਦੇਖੋ, ਵਿਚ ਅਮੈਂਡਮੈਂਟ ਐਕਟ ਇਨ 1976 ਇਨਕੋਰਪੋਰੇਟਡ ਫੰਡਾਮੈਂਟਲ ਡਿਊਟੀਜ਼ ਇਨ ਇੰਡੀਅਨ ਕਨਸਟੀਟਿਊਸ਼ਨ, ਮਤਲਬ ਵੀ 1976 ਦੇ ਵਿੱਚ ਕਿਹੜੀ ਸੋਧ ਦੁਆਰਾ ਭਾਰਤ ਦੇ ਵਿੱਚ ਬੁਨਿਆਦੀ ਫਰਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਤਾਂ ਸਾਨੂੰ ਪਤਾ ਹੈ ਜੀ ਵੀ ਭਾਰਤ ਦੇ ਵਿੱਚ 42 ਅਮੈਂਡਮੈਂਟ ਹੋਈ ਸੀਗੀ। 42 ਅਮੈਂਡਮੈਂਟ ਇਜ਼ ਵੈਰੀ ਇੰਪੋਰਟੈਂਟ ਅਮੈਂਡਮੈਂਟ ਹੈ ਸਾਡੇ ਕਨਸਟੀਟਿਊਸ਼ਨ ਦੇ ਵਿੱਚ, ਇਹਨੂੰ ਲਘੂ ਸੰਵਿਧਾਨ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਉਸ ਟਾਈਮ ਸਾਡੇ ਦੇਸ਼ ਦੇ ਵਿੱਚ ਆਪਾਤਕਾਲ ਲੱਗਿਆ ਹੋਇਆ ਸੀਗਾ ਤੇ ਉਹਦੇ ਵਿੱਚ ਇਹਨੂੰ ਸ਼ਾਮਲ ਕੀਤਾ ਗਿਆ ਸੀਗਾ 42 ਅਮੈਂਡਮੈਂਟ ਦੇ ਤਹਿਤ। ਆਰਟੀਕਲ ਨੰਬਰ 51A ਦੇ ਤਹਿਤ 51A ਦੇ ਤਹਿਤ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਕੀਤੀ ਗਈ ਸੀ। ਸਵਰਨ ਸਿੰਘ ਸਾਡੇ ਇੱਕ ਮਿਨਿਸਟਰ ਰਹੇ ਨੇ ਸੈਂਟਰਲ ਗਵਰਨਮੈਂਟ ਦੇ, ਕੇਂਦਰ ਸਰਕਾਰ ਦੇ ਮਿਨਿਸਟਰ ਰਹੇ ਨੇ, ਸੀਨੀਅਰ ਕਾਂਗਰਸ ਲੀਡਰ ਸੀਗੇ। ਤਾਂ ਉਹਨਾਂ ਨੇ ਸਿਫਾਰਿਸ਼ ਕੀਤੀ ਸੀ, ਤਾਂ ਉਹਨਾਂ ਦੀ ਸਿਫਾਰਿਸ਼ ਦੇ ਉੱਪਰ 10 ਜਿਹੜੇ ਸਾਡੇ ਬੁਨਿਆਦੀ ਫਰਜ਼ ਸੀਗੇ ਉਹਨੂੰ ਸ਼ਾਮਲ ਕੀਤਾ ਗਿਆ ਸੀਗਾ, ਠੀਕ ਹੈ ਜੀ। ਤੇ ਹੁਣ ਐਟ ਪ੍ਰੈਜ਼ੈਂਟ ਸਾਡੇ 11 ਨੇ ਬੁਨਿਆਦੀ ਫਰਜ਼ ਜਿਹੜੇ ਨੇ, ਠੀਕ ਹੈ ਜੀ। ਸਾਡੀ ਜਿਹੜੀ ਫੰਡਾਮੈਂਟਲ ਡਿਊਟੀਜ਼ ਨੇਗੀਆਂ ਉਹ 11 ਨੇਗੀਆਂ। 11ਵਾਂ ਨੂੰ ਸ਼ਾਮਲ ਕੀਤਾ ਗਿਆ ਸੀ 86 ਅਮੈਂਡਮੈਂਟ ਦੇ ਤਹਿਤ ਸਾਡੇ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੀਤਾ ਗਿਆ ਸੀ। ਤਾਂ ਉਹ ਕੀ ਸੀਗਾ ਜੀ, 6 ਤੋਂ 14 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਲਈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਗਿਆ ਸੀਗਾ। ਤਾਂ ਇਹ ਸਾਡਾ ਇਹ ਗਾਰਡੀਅਨ ਦਾ ਇੱਕ ਫਰਜ਼ ਬਣਦਾ, ਸਾਡੇ ਕਿਸੇ ਵੀ ਬੱਚੇ ਦੇ ਗਾਰਡੀਅਨ ਜਿਹੜੇ ਹੋਣਗੇ ਉਹਨਾਂ ਦਾ ਫਰਜ਼ ਬਣਦਾ ਵੀ ਉਹ ਆਪਣੇ 6 ਤੋਂ ਲੈ ਕੇ 14 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੀ ਕਰਨਗੇ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਿਵਾਉਣ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨਗੇ, ਠੀਕ ਹੈ ਜੀ। ਤਾਂ ਇਹ ਕਿਹੜੀ ਸੋਧ ਸੀ ਜੀ, 42 ਅਮੈਂਡਮੈਂਟ, ਠੀਕ ਹੈ। 42 ਅਮੈਂਡਮੈਂਟ ਦੇ ਤਹਿਤ 1976 ਦੇ ਵਿੱਚ ਕੀ ਕੀਤਾ ਗਿਆ ਸੀ, ਬੁਨਿਆਦੀ ਫਰਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ ਯੂਐਨਓ। ਯੂਐਨਓ ਦਾ ਕਾਫੀ ਸਾਰੇ ਕੁਐਸਚਨ ਜਿਹੜੇ ਯੂਐਨਓ ਦੇ ਪੁੱਛੇ ਗਏ ਨੇ, ਇਹ ਮਾਸਟਰ ਗ੍ਰੇਡਰ ਦੇ ਪੇਪਰ ਦੇ ਵਿੱਚ ਵੀ ਆਏ ਸੀਗੇ, ਲਾਸਟ ਦੇ ਵਿੱਚ 2015 ਵਾਲੇ ਵਿੱਚ ਵੀ ਤੇ 2017 ਵਾਲੇ ਪੇਪਰ ਦੇ ਵਿੱਚ ਵੀ ਆਏ ਸੀਗੇ ਕਾਫੀ ਸਾਰੇ ਕੁਐਸਚਨ ਜਿਹੜੇ। ਤਾਂ ਯੂਐਨਓ ਸਟੈਬਲਿਸ਼ ਕਦੋਂ ਹੋਇਆ ਸੀਗਾ ਜੀ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਸਾਨੂੰ ਪਤਾ ਸਭ ਨੂੰ ਇਹ। ਤਾਂ ਇਹਦਾ ਆਨਸਰ ਸੀ ਆਊਗਾ ਜੀ 24 ਅਕਤੂਬਰ 1945 ਨੂੰ ਯੂਐਨਓ ਦੀ ਸਥਾਪਨਾ ਕੀਤੀ ਗਈ ਸੀ। ਸਿੰਪਲ ਕੁਐਸਚਨ ਹੈ। ਨੈਕਸਟ ਹੈ ਜੀ ਨੇਮ ਦਾ ਫਸਟ ਸੈਕਟਰੀ ਜਨਰਲ ਆਫ ਯੂਐਨਓ, ਠੀਕ ਹੈ ਜੀ। ਤਾਂ ਇਹਦਾ ਆਨਸਰ ਆਊਗਾ ਜੀ ਟ੍ਰਾਈਗਵ ਲੀ। ਟ੍ਰਾਈਗਵ ਲੀ ਜਿਹੜਾ ਸੀਗਾ ਉਹ ਯੂਐਨਓ ਦਾ ਜਿਹੜਾ ਪਹਿਲਾ ਜਨਰਲ ਸੈਕਟਰੀ ਸੀਗਾ। ਜਨਰਲ ਸੈਕਟਰੀ ਦਾ ਅਹੁਦਾ ਹੀ ਯੂਐਨਓ ਦੇ ਵਿੱਚ ਸਭ ਤੋਂ ਇੰਪੋਰਟੈਂਟ ਅਹੁਦਾ ਮੰਨਿਆ ਜਾਂਦਾ ਹੁੰਦਾ ਹੈ। ਨੈਕਸਟ ਹੈ ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਹੈੱਡਕੁਆਟਰ ਕਿੱਥੇ ਹੈ। ਸਾਨੂੰ ਪਤਾ ਹੈ ਵੀ ਜਿਹੜਾ ਯੂਐਨਓ ਹੈ ਉਹਦੇ 6 ਪਾਰਟਸ ਨੇ, 6 ਪਾਰਟਸ ਨੇ ਉਹਦੇ, 6 ਅੰਗ ਨੇ ਮਤਲਬ। ਤਾਂ ਉਹ ਕਿਹੜੇ ਅੰਗ ਨੇ, ਜਿਵੇਂ ਇੱਕ ਸਿਕਿਉਰਿਟੀ ਕਾਉਂਸਲ ਹੋ ਗਿਆ, ਠੀਕ ਹੈ, ਇੱਕ ਜਨਰਲ ਅਸੈਂਬਲੀ ਹੋ ਗਈ, ਠੀਕ ਹੈ ਜੀ, ਇੱਕ ਤੁਹਾਡੀ ਆਰਥਿਕ ਅਤੇ ਜਿਹੜੀ ਸਮਾਜਿਕ ਪਰਿਸ਼ਦ ਹੋ ਗਈ, ਠੀਕ ਹੈ, ਇਕਨੋਮਿਕਲ ਐਂਡ ਸੋਸ਼ਲ ਜਿਹਨੂੰ ਬੋਲਦੇ ਨੇ, ਇਕਨੋਮਿਕ ਐਂਡ ਸੋਸ਼ਲ ਹੋ ਗਈ, ਠੀਕ ਹੈ ਜੀ, ਇੱਕ ਟਰਸਟੀਸ਼ਿਪ ਹੋ ਗਈ, ਇੱਕ ਸੈਕਟਰੀਏਟ ਹੋ ਗਈ ਤੇ ਇੱਕ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੋ ਗਈ, ਠੀਕ ਹੈ। ਤਾਂ ਬਾਕੀ ਜਿਹੜੇ 5 ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਛੱਡ ਕੇ ਬਾਕੀ ਜਿਹੜਾ ਹੈੱਡਕੁਆਟਰ ਹੈਗਾ ਉਹਨਾਂ ਦਾ ਕਿੱਥੇ ਜੀ, ਨਿਊਯਾਰਕ ਦੇ ਵਿੱਚ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਿਹੜਾ ਹੈੱਡਕੁਆਟਰ ਉਹ ਹੇਗ ਦੇ ਵਿੱਚ ਹੈ। ਹੇਗ ਹਾਲੈਂਡ ਦੀ ਰਾਜਧਾਨੀ ਜਾਂ ਨੀਦਰਲੈਂਡ ਦੀ ਰਾਜਧਾਨੀ ਹੈ ਹੇਗ। ਨੈਕਸਟ ਹੈ ਜੀ ਯੂਨੈਸਕੋ ਦਾ ਹੈੱਡਕੁਆਟਰ ਕਿੱਥੇ, 12 ਨੰਬਰ ਕੁਐਸਚਨ ਹੈ। ਯੂਨੈਸਕੋ ਦਾ ਹੈੱਡਕੁਆਟਰ ਜਿਹੜਾ ਜੀ, ਯੂਨੈਸਕੋ ਜਿਹੜਾ ਹੈਗਾ ਇਹ ਵੀ ਯੂਐਨਓ ਦੀ ਇੱਕ ਬਹੁਤ ਇੰਪੋਰਟੈਂਟ ਸੰਸਥਾ ਹੈਗੀ। ਇਹਦਾ ਹੈੱਡਕੁਆਟਰ ਪੈਰਿਸ ਦੇ ਵਿੱਚ ਹੈ। ਜਿਹੜੀ ਯੂਨੈਸਕੋ ਹੈਗੀ ਇਹਦੀ ਫੁੱਲ ਫਾਰਮ ਹੈਗੀ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, ਠੀਕ ਹੈ ਜੀ। ਤੇ ਇਹਦਾ ਹੈੱਡਕੁਆਟਰ ਪੈਰਿਸ ਦੇ ਵਿੱਚ ਹੈਗਾ, ਠੀਕ ਹੈ, ਤੇ ਕਾਫੀ ਇੰਪੋਰਟੈਂਟ ਹੈਗਾ, ਠੀਕ ਹੈ ਜੀ। ਜਿਹੜਾ ਯੂਨੈਸਕੋ ਹੈ ਇਹਦੀ ਫੁੱਲ ਫਾਰਮ ਆਪਾਂ ਕਰ ਲਈ। ਤਾਂ ਜਿਹੜਾ ਯੂਨੈਸਕੋ ਹੈ ਇਹ ਭਾਰਤ ਦੀਆਂ ਬਹੁਤ ਸਾਰੀ ਸਾਈਟਸ ਨੂੰ ਇਹਨੇ ਮਾਨਤਾ ਦਿੱਤੀ ਹੋਈ ਹੈ। 40 ਦੇ ਕਰੀਬ ਸਾਈਟਸ ਨੇ ਭਾਰਤ ਦੀਆਂ, ਜਿਵੇਂ ਲਾਲ ਕਿਲ੍ਹਾ ਹੋ ਗਿਆ, ਤਾਜ ਮਹਿਲ ਹੋ ਗਿਆ, ਬਹੁਤ ਸਾਰੀਆਂ ਸਾਈਟਸ ਨੇ ਇਸ ਤਰ੍ਹਾਂ ਦੀਆਂ, ਠੀਕ ਹੈ ਜੀ। ਤੇ ਇਹਦਾ ਹੈੱਡਕੁਆਟਰ ਹੈਗਾ ਪੈਰਿਸ ਦੇ ਵਿੱਚ। 30 ਨੰਬਰ ਕੁਐਸਚਨ ਹੈਗਾ ਜੀ ਵਿਚ ਕੰਟਰੀ ਇਜ਼ ਨਾਟ ਪਾਰਟ ਆਫ ਦਾ ਪਰਮਾਨੈਂਟ ਮੈਂਬਰ ਆਫ ਸਿਕਿਉਰਿਟੀ ਕਾਉਂਸਲ ਆਫ ਯੂਐਨਓ। ਆਪਾਂ ਪਹਿਲਾਂ ਕਰਕੇ ਆਏ ਵੀ ਯੂਐਨਓ ਦੇ ਕਿੰਨੇ ਪਾਰਟਸ ਨੇ ਜੀ, 6 ਪਾਰਟਸ ਨੇ ਇਹਦੇ, 6 ਅੰਗ ਨੇਗੇ। ਉਹਦੇ ਵਿੱਚ ਸਿਕਿਉਰਿਟੀ ਕਾਉਂਸਲ ਵੀ ਇੱਕ ਪਾਰਟ ਹੈਗਾ ਇਹਦਾ। ਤੇ ਇਹਦੇ ਵਿੱਚ ਪਰਮਾਨੈਂਟ ਮੈਂਬਰ ਕਿਹੜਾ ਨੇ, ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਵੇ ਵੀ ਯੂਐਨਓ ਦੇ ਪਰਮਾਨੈਂਟ ਮੈਂਬਰ ਸਿਕਿਉਰਿਟੀ ਕਾਉਂਸਲ ਦੇ ਕਿਹੜੇ ਹੈ। ਤਾਂ ਇੱਕ ਹੈਗਾ ਜੀ USA, ਇੱਕ ਰਸ਼ੀਆ ਹੈ, ਇੱਕ ਫਰਾਂਸ ਹੈ, ਇੱਕ ਚਾਈਨਾ ਹੈ, ਠੀਕ ਹੈ ਜੀ, ਤੇ ਇੱਕ ਸਾਡਾ UK ਹੈ। UK ਮੀਨਸ ਇੰਗਲੈਂਡ ਵੀ ਆ ਸਕਦਾ ਥਾਂ ਤੇ, ਠੀਕ ਹੈ। ਤੇ ਇਹਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ, ਤਾਂ ਇਹਦੇ ਵਿੱਚ ਕੈਨੇਡਾ ਸਾਨੂੰ ਪਤਾ ਹੈ ਇਹ ਨਹੀਂ ਹੈਗਾ, ਠੀਕ ਹੈ ਜੀ। ਨੈਕਸਟ ਜੀ 14 ਨੰਬਰ ਕੁਐਸਚਨ ਵੈਨ ਡਿਡ ਦਾ ਕਮਿਊਨਿਸਟ ਚਾਈਨਾ ਗੈਟ ਵੀਟੋ ਪਾਵਰ ਇਨ ਯੂਐਨਓ। ਹੁਣ ਇਸ ਗੱਲ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਇਹ ਸਿਕਿਉਰਿਟੀ ਕਾਉਂਸਲ ਦੇ 5 ਪਰਮਾਨੈਂਟ ਮੈਂਬਰ ਨੇ, ਸਿਕਿਉਰਿਟੀ ਕਾਉਂਸਲ ਦੇ 5 ਇਹਨਾਂ ਨੂੰ ਹੀ ਵੀਟੋ ਪਾਵਰ ਮਿਲੀ ਹੋਈ ਹੈ। ਵੀਟੋ ਪਾਵਰ ਮੀਨਸ ਵੀ ਜਦੋਂ ਵੀ ਕੋਈ ਫੈਸਲਾ ਕਰਨਾ ਹੁੰਦਾ ਤਾਂ ਇਹ 5 ਦੇਸ਼ ਮਿਲ ਕੇ ਫੈਸਲਾ ਕਰਦੇ ਨੇ ਕਿਸੇ ਵੀ ਯੂਐਨਓ ਦੇ ਨਾਲ ਰਿਲੇਟਡ ਕੋਈ ਵੀ ਮਾਮਲਾ ਹੁੰਦਾ ਹੈਗਾ। ਤਾਂ ਹੁਣ ਦੇਖੋ ਇਹਦੇ ਵਿੱਚ ਚੀਨ ਨੂੰ ਵੀਟੋ ਪਾਵਰ ਕਦੋਂ ਮਿਲੀ ਸੀ, ਸਾਮਵਾਦੀ ਚੀਨ ਜਿਹੜਾ ਸੀਗਾ। ਪਹਿਲਾਂ ਦੋ ਪ੍ਰਕਾਰ ਦੇ ਚੀਨ ਦਾ ਵਰਣਨ ਆਉਂਦਾ ਹੈਗਾ। ਇੱਕ ਹੈਗਾ ਜੀ ਫਾਰਮੋਸਾ ਚੀਨ,
ਜਿਹਨੂੰ ਅੱਜ ਕੱਲ੍ਹ ਤਾਈਵਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਇਹ ਕੀ ਸੀ, ਮੈਂ ਤੁਹਾਨੂੰ ਦੱਸ ਦੇਣਾ, ਇਹਦੀ ਕਹਾਣੀ ਕੀ ਸੀਗੀ। ਜਿਹੜਾ ਤਾਈਵਾਨ ਸੀਗਾ, ਤਾਈਵਾਨ ਇੱਕ ਛੋਟਾ ਜਿਹਾ ਕੰਟਰੀ ਹੈ, ਚੀਨ ਦੇ ਨਾਲ ਲੱਗਦਾ ਬਿਲਕੁਲ ਇਹ। ਜਦੋਂ 1945 ਦੇ ਵਿੱਚ ਯੂਐਨਓ ਸਟੈਬਲਿਸ਼ ਹੋਇਆ ਸੀਗਾ, ਤਾਂ ਉਸ ਟਾਈਮ ਜਿਹੜਾ ਤਾਈਵਾਨ ਸੀ ਅਮਰੀਕਾ ਦੇ ਬਹੁਤ ਨੇੜੇ ਸੀਗਾ, ਤਾਂ ਇਸ ਕਰਕੇ ਅਮਰੀਕਾ ਨੇ ਇਹਨੂੰ ਰਿਪਬਲਿਕ ਆਫ ਚਾਈਨਾ ਆਈ ਥਿੰਕ ਦੇ ਨਾਮ ਨਾਲ ਇਹਨੂੰ ਯੂਐਨਓ ਦਾ ਪਰਮਾਨੈਂਟ ਮੈਂਬਰ ਬਣਵਾਤਾ ਸੀਗਾ। ਪਰ 1970-71 ਆਉਂਦੇ ਤੱਕ, ਠੀਕ ਹੈ, ਉਹਦੇ ਨਾਲ ਜਿਹੜਾ ਕਮਿਊਨਿਸਟ ਚਾਈਨਾ ਸੀਗਾ, ਇਹਦੀ ਅਮਰੀਕਾ ਦੇ ਨਾਲ ਜ਼ਿਆਦਾ ਨਜ਼ਦੀਕੀ ਹੋ ਗਈ ਸੀ, ਇਸ ਕਰਕੇ ਇਹਨੇ ਫਿਰ ਬਾਅਦ ਦੇ ਵਿੱਚ ਉਹਨੂੰ ਤਾਈਵਾਨ ਨੂੰ ਕੀ ਕਰਤਾ, ਸਿਕਿਉਰਿਟੀ ਕੌਂਸਲ ਦੇ ਮੈਂਬਰ ਦੇ ਵਜੋਂ ਕਢਵਾਤਾ ਸੀਗਾ, ਤੇ ਫਿਰ ਕਮਿਊਨਿਸਟ ਚਾਈਨਾ ਨੂੰ 1971 ਦੇ ਵਿੱਚ ਕੀ ਦਿੱਤੀ ਸੀ, ਪਾਵਰ ਦਿੱਤੀ ਸੀਗੀ, ਪਾਵਰ ਮਿਲੀ ਸੀਗੀ 1971 ਦੇ ਵਿੱਚ, ਠੀਕ ਹੈ ਜੀ। ਤੇ 1971 ਤੋਂ ਫਿਰ ਜਿਹੜਾ ਕਮਿਊਨਿਸਟ ਚਾਈਨਾ ਜਿਹੜਾ ਅੱਜ ਚਾਈਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਯੂਐਨਓ ਦਾ ਪਰਮਾਨੈਂਟ ਮੈਂਬਰ ਬਣ ਗਿਆ। ਨੈਕਸਟ ਹੈ ਜੀ, who is the secretary general of, ਸੈਕਟਰੀ ਜਨਰਲ ਮੀਨਸ ਵੀ ਸੈਕਟਰੀ ਜਨਰਲ, ਜਿਹੜਾ ਜਨਰਲ ਸਕੱਤਰ ਹੈ ਜੀ, ਉਹ ਕੌਣ ਹੈ ਯੂਐਨਓ ਦਾ। ਇਹ 2016 ਦਾ ਪੇਪਰ ਹੈ, ਮਤਲਬ 15 ਦੇ ਵਿੱਚ ਪੋਸਟਾਂ ਆਈਆਂ ਸੀ ਜਿਹੜੀਆਂ, ਉਹਦਾ ਪੇਪਰ ਹੈ ਇਹ। ਤਾਂ ਉਸ ਟਾਈਮ ਬਾਨ ਕੀ ਮੂਨ ਸੀਗਾ, ਪਰ ਜੇ ਤੁਹਾਨੂੰ ਹੁਣ ਪੁੱਛੂਗਾ ਕੋਈ ਤਾਂ ਉਹ ਹੈਗਾ ਐਂਟੋਨੀਓ ਗੁਟੇਰਸ। ਐਂਟੋਨੀਓ ਗੁਟੇਰਸ, ਤਾਂ ਐਂਟੋਨੀਓ ਗੁਟੇਰਸ ਜਿਹੜਾ ਜੀ, ਇਹ ਅੱਜ ਜਿਹੜੇ ਇਹ ਪੁਰਤਗਾਲ ਦੇ ਸਾਬਕਾ ਪੀਐਮ ਨੇਗੇ, ਤਾਂ ਇਹ ਇੱਥੋਂ ਦੇ ਰਹਿਣ ਵਾਲੇ ਸੀਗੇ ਪੁਰਤਗਾਲ ਦੇ, ਤੇ ਇਹ ਫਿਰ ਅੱਜ ਜਿਹੜੇ ਪਰਮਾਨੈਂਟ ਮੈਂਬਰ ਜਿਹੜੇ ਸੈਕਟਰੀ ਜਨਰਲ ਹੈ ਜੀ, ਇਹ ਪਰਮਾਨੈਂਟ ਮੈਂਬਰ ਨਹੀਂ, ਸੈਕਟਰੀ ਜਨਰਲ ਹੈ ਜੀ ਯੂਐਨਓ ਦੇ। ਤੇ ਇਹ 2016 ਵਾਲਾ ਕੁਐਸਚਨ ਸੀ, ਇਸ ਕਰਕੇ ਉਸ ਟਾਈਮ ਭਾਰਤ ਵਿੱਚ ਸੰਘਵਾਦ ਦੇ ਮਾਡਲ ਕਿਹੜੇ ਕਿਹੜੇ ਹਨ, ਠੀਕ ਹੈ। ਆਈ ਥਿੰਕ ਇਹਦੀ ਗ੍ਰੇਸ ਨੰਬਰ ਮਿਲਿਆ ਸੀਗਾ। ਤੇ ਦੇਖੋ ਇਹਦੇ ਵਿੱਚ ਇੱਕਵਾਦੀ ਸੰਘਵਾਦ ਮਤਲਬ ਯੂਨਿਟੇਰੀਅਨ ਫੈਡਰਲਿਜ਼ਮ, ਫੈਡਰਲਿਜ਼ਮ ਦਾ ਮਤਲਬ ਸਾਨੂੰ ਪਤਾ ਹੀ ਕੀ ਹੁੰਦਾ। ਫੈਡਰਲਿਜ਼ਮ ਦਾ ਮਤਲਬ ਹੁੰਦਾ ਵੀ ਜਿੱਥੇ ਸ਼ਕਤੀਆਂ ਦੀ ਬਰਾਬਰ ਵੰਡ ਕੀਤੀ ਜਾਂਦੀ ਹੈ। ਭਾਰਤ ਦੇ ਵਿੱਚ ਸ਼ਕਤੀਆਂ ਦੀ ਬਰਾਬਰ ਵੰਡ ਨਹੀਂ ਕੀਤੀ ਜਾਂਦੀ, ਪਰ ਭਾਰਤ ਦੇ ਫੈਡਰਲਿਜ਼ਮ ਨੂੰ ਅਸੀਂ ਜਿਹੜਾ ਕਈ ਵਾਰੀ ਇੱਕ ਪਾਸੜ ਵੀ ਕਹਿ ਦਿੰਦੇ, ਇੱਕ ਪਾਸੜ ਮੀਨਸ ਇੱਕਵਾਦੀ, ਜਿੱਥੇ ਸ਼ਕਤੀਆਂ ਦਾ ਝੁਕਾਅ ਸੈਂਟਰ ਗਵਰਨਮੈਂਟ ਵੱਲ ਹੈ, ਤਾਂ ਇੱਕਵਾਦੀ ਹੈਗਾ ਅਸੀਂ ਸਹਿਕਾਰੀ ਕੋਆਪਰੇਟਿਵ, ਠੀਕ ਹੈ ਜੀ, ਜਿੱਥੇ ਸਹਿਮਤੀ ਦੇ ਆਧਾਰ ਦੇ ਉੱਪਰ ਜਿਹੜੀ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ, ਪਰ ਸਹਿਮਤੀ ਦੇ ਆਧਾਰ ਤੇ ਸ਼ਕਤੀਆਂ ਦੀ ਵੰਡ ਭਾਰਤ ਦੇ ਵਿੱਚ ਨਹੀਂ ਕੀਤੀ ਜਾਂਦੀ, ਠੀਕ ਹੈ, ਕਿਉਂਕਿ ਜ਼ਿਆਦਾਤਰ ਜਿਹੜੀ ਸ਼ਕਤੀਆਂ ਦਿੱਤੀਆਂ ਗਈਆਂ ਨੇਗੀਆਂ ਉਹ ਰਾਜਾਂ ਦੀ ਸਹਿਮਤੀ ਤੋਂ ਬਿਨਾਂ ਦਿੱਤੀਆਂ ਗਈਆਂ ਨੇ, ਇਸ ਕਰਕੇ ਕੋਆਪਰੇਟਿਵ ਤਾਂ ਆਪਾਂ ਇਹਨੂੰ ਕਹਿ ਨਹੀਂ ਸਕਦੇ ਫੈਡਰਲਿਜ਼ਮ ਨੂੰ, ਹਨਾ। ਤਾਂ ਬਾਰਗੇਨਿੰਗ ਫੈਡਰਲਿਜ਼ਮ ਵੀ ਹੈਗਾ, ਠੀਕ ਹੈ ਜੀ। ਤੇ ਪਰ ਇਹਦੇ ਵਿੱਚੋਂ ਇਹ ਗ੍ਰੇਸ ਮਿਲੀ ਸੀ, ਇਸ ਕਰਕੇ ਆਪਾਂ ਇਹਨੂੰ ਨਹੀਂ ਮੰਨ ਕੇ ਚੱਲਦੇ ਹੈਗੇ ਸਭ ਨੂੰ, ਠੀਕ ਹੈ ਜੀ। ਨੈਕਸਟ ਹੈ ਜੀ ਸਰਕਾਰੀ ਕਮਿਸ਼ਨ। ਸਰਕਾਰੀ ਕਮਿਸ਼ਨ ਕਾਫੀ ਇੰਪੋਰਟੈਂਟ ਕਮਿਸ਼ਨ ਹੈਗਾ, ਤੇ ਆਈ ਥਿੰਕ ਇਹਦੀ ਸਥਾਪਿਤ ਹੋਇਆ ਸੀ ਇਹ 1983 ਦੇ ਵਿੱਚ ਹੋਇਆ ਸੀ। 1987 ਵਿੱਚ ਇਹਨੇ ਆਪਣੀ ਰਿਪੋਰਟ ਦਿੱਤੀ ਸੀਗੀ ਸਰਕਾਰੀ ਕਮਿਸ਼ਨ ਨੇ। ਤਾਂ ਸਰਕਾਰੀ ਕਮਿਸ਼ਨ ਦੀ ਰਿਕਮੈਂਡੇਸ਼ਨ ਆਈਆਂ ਸੀਗੀਆਂ, ਉਹ 180 ਦੇ ਕਰੀਬ ਰਿਕਮੈਂਡੇਸ਼ਨ ਜਿਹੜੀ ਤੁਹਾਨੂੰ ਮੰਨਿਆ ਗਿਆ ਹੈਗਾ। ਤਾਂ ਸਰਕਾਰੀ ਕਮਿਸ਼ਨ ਜਿਹੜਾ ਕਿਸ ਚੀਜ਼ ਲਈ ਜਾਣਿਆ ਜਾਂਦਾ ਸੀ, ਕਮਿਸ਼ਨ ਬਣਿਆ ਸੀ ਰਣਜੀਤ ਸਿੰਘ ਸਰਕਾਰੀਆ ਸੁਪਰੀਮ ਕੋਰਟ ਦੇ ਮੁੱਖ ਜੱਜ ਹੋਏ ਨੇਗੇ ਇਹ। ਤਾਂ ਇਹ ਕਾਹਦੇ ਲਈ ਸੀਗਾ ਜੀ, ਕੇਂਦਰ ਅਤੇ ਰਾਜ ਸੰਬੰਧਾਂ ਦੇ ਲਈ ਇਹਨੂੰ ਬਣਾਇਆ ਗਿਆ ਸੀਗਾ। ਨੈਕਸਟ ਹੈਗਾ ਜੀ 18 ਨੰਬਰ ਕੁਐਸਚਨ, ਵੈਨ ਵਾਜ਼ ਦਾ ਇਲੈਕਸ਼ਨ ਕਮਿਸ਼ਨ ਸਟੈਬਲਿਸ਼ ਇਨ ਇੰਡੀਆ। ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀਗੀ? ਤਾਂ ਇਲੈਕਸ਼ਨ ਕਮਿਸ਼ਨ ਦਾ ਆਨਸਰ ਆਊਗਾ ਜੀ ਸੀ ਆਨਸਰ 25 ਜਨਵਰੀ 1950 ਨੂੰ ਸਟੈਬਲਿਸ਼ ਹੋਇਆ ਸੀਗਾ ਇਹ। ਤੁਹਾਨੂੰ ਪਤਾ ਹੀ ਆਰਟੀਕਲ 324 ਦੇ ਤਹਿਤ ਜਿਹੜਾ ਸਾਡਾ ਇਹ ਇਲੈਕਸ਼ਨ ਕਮਿਸ਼ਨ ਜਿਹੜਾ ਸਥਾਪਿਤ ਹੁੰਦਾ ਹੈਗਾ, ਇਹਦਾ ਵਰਣਨ ਕੀਤਾ ਗਿਆ ਹੈਗਾ। ਨੈਕਸਟ ਨੰਬਰ 19 ਨੰਬਰ ਕੁਐਸਚਨ ਦੇਖੋ ਜੀ, ਵੈਨ ਡਿਡ ਦਾ ਇਲੈਕਸ਼ਨ ਕਮਿਸ਼ਨ ਇਨ ਇੰਡੀਆ ਬਿਕਮ ਮਲਟੀ ਮੈਂਬਰ। ਮਤਲਬ ਹੁਣ ਪਹਿਲਾਂ ਇਹ ਇੱਕ ਮੈਂਬਰੀ ਸੀਗਾ, ਫਿਰ ਇਹਨੂੰ 3 ਮੈਂਬਰੀ ਬਣਾਇਆ ਗਿਆ। ਇਹ 3 ਮੈਂਬਰੀ ਕਦੋਂ ਬਣਾਇਆ ਗਿਆ? ਠੀਕ ਹੈ, 1993 ਦੇ ਵਿੱਚ ਇਹਨੂੰ 3 ਮੈਂਬਰੀ ਬਣਾਇਆ ਗਿਆ ਸੀ, 1 ਅਕਤੂਬਰ 1993 ਦੇ ਵਿੱਚ। ਅੱਜ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈਗਾ ਉਹ 3 ਮੈਂਬਰੀ ਹੈ। ਮਤਲਬ ਇਹਦੇ ਵਿੱਚ ਇੱਕ ਜਿਹੜਾ ਹੋਊਗਾ ਉਹ ਚੀਫ ਇਲੈਕਸ਼ਨ ਕਮਿਸ਼ਨਰ ਹੋਊਗਾ, ਤੇ 2 ਜਿਹੜੇ ਹੋਣਗੇ ਜੀ ਉਹ ਇਲੈਕਸ਼ਨ ਕਮਿਸ਼ਨਰ ਹੋਣਗੇ, ਠੀਕ ਹੈ ਜੀ। ਤਾਂ ਇਹ ਕਦੋਂ ਬਣਿਆ ਸੀ? 1993 ਦੇ ਵਿੱਚ ਬਣਿਆ ਸੀਗਾ। ਨੈਕਸਟ ਹੈ ਆਈਡੈਂਟੀਫਾਈ ਫਾਰਮਰ ਚੀਫ ਕਮਿਸ਼ਨਰ ਆਫ ਇੰਡੀਆ। ਇਹਨਾਂ ਦੇ ਵਿੱਚੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਇਹਦੇ ਵਿੱਚੋਂ MS ਗਿੱਲ ਜਿਹੜੇ ਸੀ, ਮਨੋਹਰ ਸਿੰਘ ਗਿੱਲ ਸੀਗੇ, ਮਨੋਹਰ ਸਿੰਘ ਗਿੱਲ। ਇਹਦੇ ਵਿੱਚੋਂ ਮਨੋਹਰ ਸਿੰਘ ਗਿੱਲ ਇਹ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ UPA ਗਵਰਨਮੈਂਟ ਦੇ ਦੌਰਾਨ, ਠੀਕ ਹੈ। ਨੈਕਸਟ ਹੈ ਜੀ ਵਾਟ ਡੂ ਦਾ ਨੋਟਾ ਸਟੈਂਡ ਫॉर। ਮਤਲਬ ਨੋਟਾ ਦਾ ਮਤਲਬ ਕੀ ਹੈ? ਤਾਂ ਨੋਟਾ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਇਹ ਆਨਸਰ ਆਊਗਾ ਇਹਦਾ, ਨਨ ਆਫ ਦਾ ਅਬਵ ਨੋਟਾ ਦਾ ਮਤਲਬ ਹੈ। ਨੈਕਸਟ ਹੈ ਜੀ 22 ਨੰਬਰ ਕੁਐਸਚਨ ਦੇਖੋ, ਵਿਚ ਸ਼ੈਡਿਊਲ ਇਨ ਦਾ ਇੰਡੀਅਨ ਕਨਸਟੀਟਿਊਸ਼ਨ ਇਨ ਰਿਲੇਟਡ ਟੂ ਲੈਂਗੁਏਜ। ਭਾਸ਼ਾਵਾਂ ਦੇ ਨਾਲ ਜਿਹੜਾ ਸਾਨੂੰ ਪਤਾ ਵੀ ਸਾਡੇ 12 ਸ਼ੈਡਿਊਲਸ ਨੇਗੇ, ਤਾਂ ਭਾਸ਼ਾਵਾਂ ਦੇ ਨਾਲ ਕਿਹੜਾ ਸੰਬੰਧਿਤ ਹੈ ਜੀ? 8th ਸ਼ੈਡਿਊਲ ਦੇ ਵਿੱਚ ਭਾਸ਼ਾਵਾਂ ਦਾ ਵਰਣਨ ਕੀਤਾ ਗਿਆ 8ਵੀਂ ਅਨੁਸੂਚੀ ਦੇ ਵਿੱਚ। ਨੈਕਸਟ ਹੈ ਜੀ 23 ਨੰਬਰ ਕੁਐਸਚਨ, ਆਰਟੀਕਲ 51A। 51A ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। 51A ਜਿਹੜਾ ਕਿਸ ਚੀਜ਼ ਨਾਲ ਸੰਬੰਧਿਤ ਹੈ ਉਹ? ਤਾਂ ਸਾਨੂੰ ਪਤਾ ਜੀ 51A ਦੇ ਵਿੱਚ 42ਵੀਂ ਸ਼ੋਧ ਦੇ ਤਹਿਤ ਕੀ ਕੀਤਾ ਗਿਆ ਸੀ? ਬੁਨਿਆਦੀ ਫਰਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਸੀਗਾ। ਤਾਂ ਇਹਨੂੰ ਕੀ ਕਹਾਂਗੇ ਜੀ ਅਸੀਂ? ਮੁੱਢਲੇ ਫਰਜ਼, ਬੁਨਿਆਦੀ ਫਰਜ਼ ਜਿਹੜੇ ਨੇ ਸਾਡੇ, ਫੰਡਾਮੈਂਟਲ ਸਾਡੀ ਡਿਊਟੀਜ਼ ਨੇ ਜਿਹੜੀਆਂ, ਇਹਨੂੰ ਸ਼ਾਮਿਲ ਕੀਤਾ ਗਿਆ ਸੀਗਾ। 24 ਨੰਬਰ ਕੁਐਸਚਨ ਦੇਖੋ ਜੀ, ਕਿਸ ਐਕਟ ਅਧੀਨ ਰਾਸ਼ਟਰ ਦੀ ਏਕਤਾ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ? ਸਭ ਤੋਂ ਇੰਪੋਰਟੈਂਟ ਜਿਹੜੀ ਅਮੈਂਡਮੈਂਟ ਹੋਈ ਸੀ ਜੀ, ਉਹ ਸਾਨੂੰ ਪਤਾ ਵੀ ਕਿਹੜੀ ਸੀ ਜੀ?
तो ਉਹਦੇ ਵਿੱਚ ਤਿੰਨ ਪ੍ਰਸਤਾਵਨਾ ਦੇ ਵਿੱਚ ਸੰਸ਼ੋਧਨ ਕੀਤਾ ਗਿਆ ਸੀ, ਤਾਂ ਉਹਦੇ ਵਿੱਚ ਤਿੰਨ ਸ਼ਬਦ ਜੋੜੇ ਗਏ ਸੀ ਪ੍ਰਸਤਾਵਨਾ ਦੇ ਵਿੱਚ, ਤੇ ਉਹਦੇ ਵਿੱਚ ਇੱਕ ਏਕਤਾ ਨੂੰ ਜੋੜਿਆ ਗਿਆ ਸੀਗਾ, ਤੇ ਉਹ ਜੋੜਿਆ ਗਿਆ ਸੀ ਜੀ 42 ਅਮੈਂਡਮੈਂਟ 1976 ਦੇ ਵਿੱਚ। ਤਾਂ ਇਹਦਾ ਆਨਸਰ ਆਊਗਾ ਜੀ ਏ ਆਨਸਰ। ਨੈਕਸਟ ਜੀ ਕੇਸ਼ਵਾਨੰਦ ਭਾਰਤੀ ਕੇਸ ਹੈ ਜੀ ਐਸੋਸੀਏਟਡ ਵਿਦ, ਜਿਹੜਾ ਕੇਸ਼ਵਾਨੰਦ ਭਾਰਤੀ ਕੇਸ ਹੈ ਕਾਫੀ ਸਾਡੇ ਸੰਵਿਧਾਨ ਦਾ ਮਤਲਬ ਇਹਨੇ ਸਾਡੇ ਪੋਲੀਟੀਕਲ ਸਾਇੰਸ ਦੇ ਵਿੱਚ, ਰਾਜਨੀਤੀ ਸ਼ਾਸਤਰ ਦੇ ਵਿੱਚ ਕਾਫੀ ਇੰਪੋਰਟੈਂਟ ਜਿਹੜਾ ਕੇਸ ਮੰਨਿਆ ਜਾਂਦਾ ਹੈਗਾ ਇਹ। ਤਾਂ ਇਹ ਕਿਸ ਚੀਜ਼ ਨਾਲ ਸੰਬੰਧਿਤ ਸੀਗਾ? ਕੇਸ਼ਵਾਨੰਦ ਭਾਰਤੀ ਮਾਮਲਾ ਸੀ। ਕੇਸ਼ਵਾਨੰਦ ਭਾਰਤੀ ਇੱਕ ਸੰਤ ਸੀਗੇ ਤੇ ਕੇਰਲਾ ਦੇ ਰਹਿਣ ਵਾਲੇ ਸੀ, ਪਿੱਛੇ ਜੀ ਉਹਨਾਂ ਡੈਥ ਹੋਈ ਹੈਗੀ ਕੇਸ਼ਵਾਨੰਦ ਭਾਰਤੀ ਦੀ, ਤੇ ਉਹਨਾਂ ਨੇ ਹੀ ਕੇਸ ਲਾਇਆ ਸੀਗਾ। ਉਹਨਾਂ ਨੇ ਆਰਟੀਕਲ ਜਿਹੜਾ 25 ਤੋਂ ਲੈ ਕੇ 28 ਜਿਹੜਾ ਸੀਗਾ ਸਾਡੇ ਮੌਲਿਕ ਅਧਿਕਾਰ ਨੇ ਉਹਦੇ ਨਾਲ ਰਿਲੇਟਡ ਜਿਹੜਾ ਸੀਗਾ ਇੱਕ ਮੱਠ ਸੀਗਾ ਉੱਥੇ, ਮੱਠ ਮੀਨਸ ਮੰਦਰ ਟਾਈਪ ਸੀਗਾ ਇੱਕ, ਉਹਦੀ ਜਗ੍ਹਾ ਨੂੰ ਲੈ ਕੇ ਕੇਸ ਹੋਇਆ ਸੀਗਾ। ਤਾਂ ਇਹ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਬੇਸਿਕ ਸਟਰਕਚਰ ਦੀ ਗੱਲ ਕੀਤੀ ਸੀ ਸਾਡੇ ਸੰਵਿਧਾਨ ਦੇ ਵਿੱਚ। ਇਸ ਤੋਂ ਪਹਿਲਾਂ ਮੁੱਢਲਾ ਢਾਂਚਾ ਜਾਂ ਬੇਸਿਕ ਸਟਰਕਚਰ ਸਾਡੇ ਸੰਵਿਧਾਨ ਦੇ ਨਾਲ ਨਹੀਂ ਜੁੜਿਆ ਸੀਗਾ, ਤਾਂ ਇਹਦਾ ਕੇਸ ਕਿਸ ਨਾਲ ਸੰਬੰਧਿਤ ਸੀ ਜੀ? ਬੇਸਿਕ ਸਟਰਕਚਰ ਦੇ ਨਾਲ ਸੰਬੰਧਿਤ ਸੀਗਾ ਇਹ। ਨੈਕਸਟ ਹੈ ਜੀ ਦਾ ਆਰਟੀਕਲ 14 ਇਜ਼ ਦਾ ਇੰਡੀਅਨ ਕੰਸਟੀਟਿਊਸ਼ਨ ਗਰੰਟੀਜ਼। ਸਾਡਾ ਜਿਹੜਾ ਆਰਟੀਕਲ 14 ਨੰਬਰ ਹੈ ਕਿਸ ਚੀਜ਼ ਦੀ ਕਿਸ ਚੀਜ਼ ਨੂੰ ਤਸਦੀਕ ਕਰਦਾ ਜਾਂ ਕਿਹੜੀ ਚੀਜ਼ ਨੂੰ ਪ੍ਰੋਵਾਈਡ ਕਰਦਾ ਸਾਨੂੰ, ਠੀਕ ਹੈ ਜੀ। ਤਾਂ ਇਹ ਸਾਨੂੰ ਕਿਸ ਚੀਜ਼ ਨੂੰ ਕਰਦਾ ਜੀ? ਰਾਈਟ ਟੂ ਇਨਫੋਰਮੇਸ਼ਨ ਨਹੀਂ ਕਰਦਾ, ਰਾਈਟ ਟੂ ਐਜੂਕੇਸ਼ਨ ਨਹੀਂ ਕਰਦਾ, ਰਾਈਟ ਟੂ ਇੰਪਲਾਇਮੈਂਟ। ਇਹ ਕਿਸ ਚੀਜ਼ ਨੂੰ ਕਰਦਾ ਜੀ? ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦਾ ਇਹ, ਰਾਈਟ ਟੂ ਇਕੁਅਲਿਟੀ ਦੀ ਗੱਲ ਕਰਦਾ, ਸਮਾਨਤਾ ਦਾ ਅਧਿਕਾਰ। ਆਰਟੀਕਲ 14 ਦੇ ਤਹਿਤ ਸਾਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਮਿਲੀ ਹੋਈ ਹੈ। ਨੈਕਸਟ ਹੈ ਜੀ ਮੰਡਲ ਕਮਿਸ਼ਨ ਫੋਕਸਡ ਔਨ, ਜਿਹੜਾ ਮੰਡਲ ਕਮਿਸ਼ਨ ਸੀਗਾ ਆਇਆ ਸੀਗਾ 1978 ਦੇ ਵਿੱਚ ਆਇਆ ਸੀਗਾ ਮੰਡਲ ਕਮਿਸ਼ਨ, ਵੀਪੀ ਮੰਡਲ ਦੀ ਅਗਵਾਈ ਦੇ ਵਿੱਚ ਆਇਆ ਸੀ। ਤਾਂ ਇਹ ਕਿਸ ਚੀਜ਼ ਨਾਲ ਸੰਬੰਧਿਤ ਸੀਗਾ ਜੀ? ਪਿਛੜੇ ਵਰਗ OBC ਦੇ ਨਾਲ ਸੰਬੰਧਿਤ ਸੀਗਾ। OBC ਨੂੰ ਫਿਰ 1990 ਦੇ ਵਿੱਚ ਬੀਪੀ ਸਿੰਘ ਦੀ ਸਰਕਾਰ ਬਣੀ ਸੀ, ਬੀਪੀ ਸਿੰਘ ਸਰਕਾਰ ਦੇ ਵਿੱਚ ਇਹਨਾਂ ਨੂੰ 27% ਰਾਖਵਾਂਕਰਨ OBC ਨੂੰ ਮਿਲਿਆ ਸੀਗਾ। ਨੈਕਸਟ ਹੈ ਜੀ ਵਟ ਇਜ਼ ਦਾ ਕੰਡੀਸ਼ਨ ਆਫ ਲਾ, ਲਾ ਦੀ ਜਿਹੜੀ ਸ਼ਰਤ ਕੀ ਹੈ, ਠੀਕ ਹੈ। ਲਾ ਦੀ ਜਿਹੜੀ ਸ਼ਰਤ ਹੈਗੀ ਇਹ ਵਾਸਤਵਿਕ ਵੀ ਹੈ ਤੇ ਕਾਲਪਨਿਕ ਵੀ ਹੈ, ਇਹਦਾ ਆਨਸਰ ਆਊਗਾ ਜੀ ਡੀ ਆਨਸਰ। ਨੈਕਸਟ ਹੈ 29 ਨੰਬਰ ਕੁਐਸਚਨ, ਆਰਥਿਕ ਸਮਾਨਤਾ ਨੂੰ ਕੌਣ ਤਰਜੀਹ ਦਿੰਦਾ ਹੈ? ਕਹਿੰਦਾ ਵੀ ਆਰਥਿਕ ਸਮਾਨਤਾ ਹੋਣੀ ਚਾਹੀਦੀ ਹੈ, ਹਰ ਵਿਅਕਤੀ ਦੇ ਲਈ ਆਰਥਿਕ ਸਮਾਨਤਾ ਜ਼ਰੂਰੀ ਹੈਗੀ, ਠੀਕ ਹੈ ਜੀ। ਤਾਂ ਕੌਣ ਦਿੰਦੇ ਨੇ ਜੀ ਆਰਥਿਕ ਸਮਾਨਤਾ? ਮਾਰਕਸਵਾਦੀ ਦਿੰਦੇ ਨੇ, ਠੀਕ ਹੈ। ਨੈਕਸਟ ਹੈ ਜੀ ਕੁਐਸਚਨ 30 ਨੰਬਰ ਕੁਐਸਚਨ, ਵਿਚ ਲੈਂਗੁਏਜ ਇਜ਼ ਵਰਡ ਜਸਟਿਸ, ਜਿਹੜਾ ਜਸਟਿਸ ਸ਼ਬਦ ਹੈ ਕਿਹੜੀ ਭਾਸ਼ਾ ਤੋਂ ਲਿਆ ਗਿਆ? ਤਾਂ ਇਹ ਲੈਟਿਨ ਭਾਸ਼ਾ ਦਾ ਸ਼ਬਦ ਸੀ, ਲੈਟਿਨ ਭਾਸ਼ਾ ਦਾ, ਲੈਟਿਨ ਭਾਸ਼ਾ, ਠੀਕ ਹੈ ਜੀ, ਇਹ ਤੋਂ ਲਿਆ ਗਿਆ ਹੈ। ਨੰਬਰ ਹੈ ਜੀ 31 ਨੰਬਰ ਕੁਐਸਚਨ ਦੇਖੋ, DMK ਪਾਰਟੀ ਹੈ, ਠੀਕ ਹੈ ਜੀ। द्रविड़ मुनेत्रा कागजम जी पार्टी है कि स्टेट नाल संबंधित हैगी ये जयललिता इसकी मुख्यमंत्री रही है इस वाली पार्टी वालों, तो तमिलनाडु में बिलोंग करती है जी DMK पार्टी जी है। तो पार्टियां नाल रिलेटेड भी क्वेश्चन जोड़े ने हुण जिन्ने भी क्वेश्चन ये पूछे गए ने सानू ये क्वेश्चन एक आइडिया दे देंगे भी किस क्वेश्चन का पैटर्न होगा वो किस लैवल का हो सकता है या क्वेश्चन किस लैवल के आ सकते हैं, ठीक है जी। तो ये काफ़ी इंपोर्टेंट हो जाते हैं। कई बार की होंगे दो चार क्वेश्चन यह होंगे ने जो एज इट इज़ दोबारा एग्जाम के पूछ ले जाते हैं, या फिर जिमें हुण क्वेश्चन आया सी देखो जिमें हुण 2016 के क्वेश्चन पूछा गया सी भी जो UN का जनरल सैकटरी कौन है, तो जो मौजूदा जनरल सैकटरी होगा वो रिलेटेड क्वेश्चन पूछा जा सकता है। मान लो राष्ट्रपति बारे क्वेश्चन आएगा तो मौजूदा राष्ट्रपति बारे पूछा जा सकता है, या फिर उप राष्ट्रपति नाल जोड़ के क्वेश्चन पूछा जा सकता है, ठीक है। तो ये सानू पता लग जाता भी ट्रेंड की चल रहा है एग्जाम का, तो वो नाल दे रिलेटेड क्वेश्चन जोड़े ने वो पूछे जा सकते हैं। 32 नंबर क्वेश्चन देखो जी, हाँ जी, चिपको अंदोलन। चिपको अंदोलन तो की भाव है? चिपको अंदोलन चलिया सी जी, तो ये सी चिपको दरख्तां दे नाल चिपकन दा, वैसे पोलीटिकल साइंस का क्वेश्चन नहीं सीगा ये, दरख्तां अते जंगलां दी सुरक्षा नाल संबंधित सीगा ये, ठीक है जी। नैक्सट है जी विच 33 नंबर क्वेश्चन, विच पार्टी इज प्रिवेंट इन इंडिया, भारत विच किहड़ी पार्टी प्रणाली प्रचलित है, ठीक है जी। कई देशों के एक प्रणाली है, कई दो प्रणाली, कई बहु प्रणाली, तो सानू पता भी साडे देश दे विच बहुत प्रणाली पार्टी प्रचलित है, बिल्कुल सिंपल क्वेश्चन सीगा ये। नैक्सट जी बहुत सारे नारे साडे फेमस होए नेगे, तां हू रेज द स्लोगन गरीबी हटाओ। गरीबी हटाओ का नारा किने दिता सीगा? 1971 दे विच जिहड़ी इलैक्शन हुई सी उहदे विच इंदिरा गांधी ने नारा दिता सीगा जी। नैक्सट है जी विच स्टेट्स इज एरीगेटेड टू द फ्रेज आयाराम गैराम। जिहड़ा आयाराम गैराम जिहड़ी युक्ति है जिहड़ी कहावत है किस राज नाल संबंधित है? ये हरियाणे नाल आऊगा जी आंसर इहदा, हरियाणे दे विच। ये ना एक MLA होए ने हरियाणे दे, मेरे नाम नहीं याद आ रहा की सीगा वो, किसी भी वो ना MLA बनन तो बाद उस बंदे ने मतलब थोड़े दिनों के विच ही 3-4 पार्टियां बदल लियां, 3-4 पार्टियां, कोई राम करके सीगा कुछ मेरे ध्यान च नहीं हैगा, ये 3-4 पार्टियां बदल सी, मतलब उन्होंने लगता सी भी जिहड़ी पार्टी सरकार बनने वाली है उहदे नाल जुड़ जांदा जाके, फिर उन्होंने लगता भी नहीं इस पार्टी नहीं बन सकती, फिर होर बन जांदा, ठीक है जी। तां इत्थों कहावत बन गई सी आया राम ते गया राम, मतलब हरियाणे दे विच फेमस हुई सी कहावत ये। नैक्सट 36 नंबर क्वेश्चन, 36 नंबर 1977 ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਕਿਹੜੀ ਪਾਰਟੀ ਨੇ ਸਰਕਾਰ ਬਣਾਈ ਸੀ? ਪਹਿਲੀ ਜਿਹੜੀ ਗੈਰ ਸਰਕਾਰ ਬਣੀ ਸੀ ਕਾਂਗਰਸ ਦੀ, ਤੋਂ ਜਨਤਾ ਪਾਰਟੀ ਸਰਕਾਰ ਬਣਾਈ ਸੀ ਜੀ। ਨੈਕਸਟ 37 ਨੰਬਰ क्वेश्चन, ਸਮੁੱਚੇ ਇਨਕਲਾਬ ਨਾਲ ਕੌਣ ਸੰਬੰਧਿਤ ਹੈ? ਹੂ ਇਜ਼ ਐਸੋਸੀਏਟਡ ਵਿਦ ਦਾ
ਟੋਟਲ ਰੈਵੋਲੂਸ਼ਨ ਤੇ ਇਹਦੇ ਨਾਲ ਸੰਬੰਧਿਤ ਨੇ ਜੀ ਜੈ ਪ੍ਰਕਾਸ਼ ਨਾਰਾਇਣ ਨੇ ਜਨਤਾ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ, ਮਤਲਬ ਕਨਸੈਪਟ ਜੁੜਿਆ ਹੋਇਆ ਹੈਗਾ ਇਹ, ਕਿਉਂਕਿ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਜੇਪੀ ਜਿਹੜੇ ਹੋਏ ਨੇ ਜੈ ਪ੍ਰਕਾਸ਼ ਨਾਰਾਇਣ ਹੋਏ ਨੇਗੇ, ਇਹਨਾਂ ਨੇ ਇੱਕ ਮਤਲਬ ਮੂਵਮੈਂਟ ਚਲਾਈ ਸੀ ਸਮੁੱਚੇ ਇਨਕਲਾਬ ਦੀ, ਜਾਂ ਟੋਟਲ ਰੈਵੋਲੂਸ਼ਨ ਦੀ ਮੂਵਮੈਂਟ ਚਲਾਈ ਸੀਗੀ, ਜਿਹਦੇ ਨਾਲ ਫਿਰ ਇੰਦਰਾ ਗਾਂਧੀ ਨੂੰ ਮਜਬੂਰ ਹੋ ਕੇ ਐਮਰਜੈਂਸੀ ਜਿਹੜੀ ਲਾਉਣੀ ਪੈ ਗਈ ਸੀਗੀ। ਠੀਕ ਹੈ ਜੀ, ਤਾਂ ਇਹਦਾ ਆਨਸਰ ਆਊਗਾ ਜੀ ਏ। ਹਾਂਜੀ, ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਕਿੰਨੇ % ਵੋਟਾਂ ਹਾਸਲ ਹੋਈਆਂ ਸੀ? ਤਾਂ ਇਹ ਪੁਰਾਣਾ ਕੁਐਸਚਨ ਹੈ ਜੀ, 31.5% ਹੋਈਆਂ ਸੀਗੀਆਂ। ਇਸ ਵਾਰ ਦਾ ਡਾਟਾ ਵੀ ਤੁਹਾਨੂੰ ਪੁੱਛਿਆ ਜਾ ਸਕਦਾ, 2019 ਦਾ ਡਾਟਾ ਹੈਗਾ। ਵੈਨ ਵਾਜ ਦਾ ਪੰਜਾਬ ਰੀਕੋਗਨਾਈਜ਼ਡ ਔਨ ਦਾ ਬੇਸਿਸ ਆਫ ਲੈਂਗੁਏਜ? ਸਿੰਪਲ ਕੁਐਸਚਨ ਹੈ, 1966 ਦੇ ਵਿੱਚ ਪੰਜਾਬ ਭਾਸ਼ਾ ਦੇ ਆਧਾਰ ਤੇ ਬਣਿਆ ਸੀਗਾ। ਆਨੰਦਪੁਰ ਸਾਹਿਬ ਦਾ ਜਿਹੜਾ ਰੈਜੂਲੇਸ਼ਨ ਹੋਇਆ ਸੀਗਾ, ਇਹ ਕਿਸ ਚੀਜ਼ ਉੱਪਰ ਜ਼ੋਰ ਦਿੰਦਾ ਹੈ? ਮਤਾ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀਗਾ, ਕਿਸ ਚੀਜ਼ ਉੱਪਰ ਜ਼ੋਰ ਦਿੰਦਾ ਹੈ? ਰਾਜਾਂ ਨੂੰ ਜ਼ਿਆਦਾ ਸਵਾਧੀਨਤਾ, ਮਤਲਬ ਕਿਉਂਕਿ ਸਾਨੂੰ ਪਤਾ ਹੈ ਵੀ ਜਿਹੜਾ ਸਾਡਾ ਸੰਵਿਧਾਨ ਹੈ ਇਹਦਾ ਝੁਕਾਅ ਕਿੱਧਰ ਹੈ? ਕੇਂਦਰ ਵੱਲ ਹੈ, ਮਤਲਬ ਜ਼ਿਆਦਾ ਪਾਵਰ ਜਿਹੜੀਆਂ ਕੇਂਦਰ ਵੱਲ ਦਿੱਤੀਆਂ ਗਈਆਂ ਨੇ। ਪਰ 1973-74 ਦੇ ਵਿੱਚ ਜਿਹੜਾ ਸੀ ਆਨੰਦਪੁਰ ਰੈਵੋਲੂਸ਼ਨ ਆਇਆ ਸੀਗਾ, ਤਾਂ ਉਹਦੇ ਵਿੱਚ ਜਿਹੜਾ ਸੀਗਾ ਰਾਜਾਂ ਨੂੰ ਜ਼ਿਆਦਾ ਜਿਹੜੀ ਸੀ ਪਾਵਰ ਜਿਹੜੀ ਦੇਣ ਦੀ ਗੱਲ ਕੀਤੀ ਗਈ ਸੀ, ਆਟੋਨੋਮੀ ਜਿਹੜੀ ਜ਼ਿਆਦਾ ਦੇਣ ਦੀ ਗੱਲ ਕੀਤੀ ਗਈ ਸੀ। ਨੈਕਸਟ ਹੈ 41 ਨੰਬਰ ਕੁਐਸਚਨ, ਵਿਚ ਪਾਰਟੀ ਸੰਤ ਹਰਚੰਦ ਸਿੰਘ ਲੌਂਗੋਵਾਲ ਇਸ ਬਿਲੋਂਗਸ ਟੂ? ਮਤਲਬ ਸੰਤ ਲੌਂਗੋਵਾਲ ਜਿਹੜੇ ਸੀਗੇ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀਗੇ? ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਪਹਿਲਾਂ ਉਹ ਇਸ ਪਾਰਟੀ ਨੂੰ ਬਿਲੋਂਗ ਕਰਦੇ ਸੀ ਉਹ। ਨੈਕਸਟ ਜੀ, ਵਿਚ ਪਾਰਟੀ ਲਾਂਚ ਦਾ ਧਰਮਯੁੱਧ ਮੋਰਚਾ? ਧਰਮਯੁੱਧ ਮੋਰਚਾ ਕਿਹਨੇ ਚਲਾਇਆ ਸੀ ਜੀ? ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਇਸ ਪਾਰਟੀ ਦੀ ਜਿਹੜੀ ਬੁਨਿਆਦ ਹੈਗੀ ਉਹ ਸਿੱਖ ਧਰਮ ਹੈਗੀ, ਤਾਂ ਇਹੀ ਪਾਰਟੀ ਚਲਾ ਸਕਦੀ ਜੀ, ਸ਼੍ਰੋਮਣੀ ਅਕਾਲੀ ਦਲ ਨੇ ਚਲਾਇਆ ਸੀਗਾ। ਨੈਕਸਟ ਜੀ 43 ਨੰਬਰ ਕੁਐਸਚਨ, ਵਿਚ ਪਾਰਟੀ ਇਜ਼ ਨੋਟ ਇਨ ਦਾ ਪੰਜਾਬ? ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨਹੀਂ ਹੈ? ਤਾਂ ਬਹੁਜਨ ਸਮਾਜ ਪਾਰਟੀ ਵੀ ਹੈਗੀ ਹੈ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈਗਾ, ਬਹੁਜਨ ਸਮਾਜ ਪਾਰਟੀ ਵੀ ਹੈਗੀ ਹੈ ਜੀ, ਪੀਪਲ ਪਾਰਟੀ ਆਫ ਪੰਜਾਬ ਜਿਹੜੀ 2016 ਦਾ ਕੁਐਸਚਨ ਪੁੱਛਿਆ ਗਿਆ ਸੀ ਇਹ, ਉਸ ਟਾਈਮ ਵੀ ਨਹੀਂ ਸੀ, ਮਨਪ੍ਰੀਤ ਬਾਦਲ ਨੇ ਪਾਰਟੀ ਬਣਾਈ ਸੀ, ਤਾਂ ਉਹਨਾਂ ਨੇ ਬਾਅਦ ਦੇ ਵਿੱਚ ਕਾਂਗਰਸ ਵਿੱਚ ਮਰਜ ਹੋ ਗਈ ਸੀ, ਇਸ ਕਰਕੇ ਇਹਦਾ ਆਨਸਰ ਬਣੂਗਾ ਜੀ ਬੀ। 44 ਨੰਬਰ ਕੁਐਸਚਨ ਦੇਖੋ, ਵਿਚ ਪਾਰਟੀ ਇਜ਼ ਨਿਊ ਇਨ ਪੰਜਾਬ ਪੋਲਿਟਿਕਸ? ਠੀਕ ਹੈ, ਉਸ ਟਾਈਮ ਪੁੱਛਿਆ ਗਿਆ ਸੀਗਾ। ਸ਼ਿਵ ਸੈਨਾ ਤਾਂ ਦੇਖੋ ਹੈ ਨਹੀਂ ਪੰਜਾਬ ਦੇ ਵਿੱਚ, ਬਹੁਤ ਬੜਾ ਲੰਬਾ ਚੌੜਾ ਦਾ। ਸਮਾਜਵਾਦੀ ਪਾਰਟੀ ਵੀ ਨਹੀਂ ਹੈਗੀ। ਆਮ ਆਦਮੀ ਪਾਰਟੀ ਕੀ ਇੱਥੇ ਬਿਲਕੁਲ ਨਵੀਂ ਸੀ ਉਸ ਟਾਈਮ, 2014 ਦੇ ਵਿੱਚ ਪਹਿਲੀ ਵਾਰ ਪਾਰਟੀਸਪੇਸ਼ਨ ਇਹਨਾਂ ਨੇ ਕੀਤਾ ਸੀਗਾ। ਬੀਐਸਪੀ ਪਾਰਟੀ ਕਾਫੀ ਪੁਰਾਣੀ ਹੈ, ਇਸ ਕਰਕੇ ਇਹਦਾ ਆਨਸਰ ਬਣੂਗਾ ਜੀ ਸੀ ਆਨਸਰ। ਵਿਚ ਪਾਰਟੀ ਸੁੱਚਾ ਸਿੰਘ ਛੋਟੇਪੁਰ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀਗੇ, ਇਸ ਕਰਕੇ ਕੁਐਸਚਨ ਹੁਣ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ ਵੀ ਆਮ ਆਦਮੀ ਪਾਰਟੀ ਦਾ ਇਸ ਟਾਈਮ ਪ੍ਰਧਾਨ ਕੌਣ ਹੈ, ਠੀਕ ਹੈ ਜੀ, ਜਾਂ ਬੀਜੇਪੀ ਦਾ ਪ੍ਰਧਾਨ ਕੌਣ ਹੈ, ਜਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੈ, ਠੀਕ ਹੈ ਜੀ। ਨੈਕਸਟ ਹੈ ਜੀ, ਬਲਵੰਤ ਰਾਏ ਮਹਿਤਾ ਕਮੇਟੀ ਜਿਹੜੀ ਹੈ ਇਹ ਕਿਸ ਚੀਜ਼ ਨਾਲ ਸੰਬੰਧਿਤ ਸੀਗੀ? ਸਾਨੂੰ ਪਤਾ ਜੀ ਪੰਚਾਇਤੀ ਰਾਜ ਨਾਲ ਸੰਬੰਧਿਤ ਸੀ ਜੀ ਇਹ, ਠੀਕ ਹੈ। ਬਲਵੰਤ ਰਾਏ ਮਹਿਤਾ ਕਮੇਟੀ ਜਿਹੜੀ ਹੈ ਸਟਾਰਟਿੰਗ ਦੇ ਵਿੱਚ ਆਇਆ ਸੀ ਇਹ। ਵਿਚ ਕਨਸੈਪਟ ਇਜ਼ ਐਸੋਸੀਏਟਡ ਵਿਦ ਮਹਾਤਮਾ ਗਾਂਧੀ? ਮਹਾਤਮਾ ਗਾਂਧੀ ਦੇ ਨਾਲ ਇਹਨਾਂ ਵਿੱਚੋਂ ਜਿਹੜਾ ਧਾਰਨਾ ਜਿਹੜੀ ਸੰਬੰਧਿਤ ਹੈਗੀ, ਇਹਨਾਂ ਵਿੱਚੋਂ ਸੰਘਵਾਦ ਨਹੀਂ ਜੁੜਦਾ, ਇਹਦੇ ਨਾਲ ਸਮਾਜਵਾਦ ਵੀ ਨਹੀਂ ਜੁੜਦਾ ਹੈਗਾ, ਪੂੰਜੀਵਾਦ ਵੀ ਨਹੀਂ ਜੁੜਦਾ। ਤਾਂ ਅਮਾਨਤਕਾਰੀ ਟਰਸਟੀਸ਼ਿਪ ਹੈ ਜਿਹੜਾ, ਟਰਸਟੀਸ਼ਿਪ ਦਾ ਕਨਸੈਪਟ ਕਾਫੀ ਵਧੀਆ ਕਨਸੈਪਟ ਹੈਗਾ, ਡੀਪ ਕਨਸੈਪਟ ਹੈ, ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ। ਤਾਂ ਇਹਦਾ ਆਨਸਰ ਆਊਗਾ ਜੀ ਅਮਾਨਤਕਾਰੀ। ਨੈਕਸਟ ਹੈ ਜੀ, ਵਟ ਇਜ਼ ਦਾ ਪੋਜੀਸ਼ਨ ਆਫ ਐਨ ਇੰਡੀਵਿਜੂਅਲ ਆਫ ਲਿਬਰਲਿਜ਼ਮ? ਉਦਾਰਵਾਦ ਵਿੱਚ ਇੱਕ ਵਿਅਕਤੀ ਦੀ ਸਥਿਤੀ ਕੀ ਹੈ? ਸ਼ਾਇਦ ਗ੍ਰੇਸ ਨੰਬਰ ਮਿਲਿਆ ਸੀ ਇਹਦਾ। ਤਾਂ ਖੁਦਗਰਜ਼ ਮੀਨਸ ਵੀ ਸੈਲਫਿਸ਼ ਨਹੀਂ ਹੁੰਦਾ ਵਿਅਕਤੀ, ਇਹ ਤਾਂ ਗਲਤ ਆ ਗਿਆ ਨਾ ਇਹਦੇ ਵਿੱਚ। ਆਜ਼ਾਦ ਵਿਅਕਤੀ, ਲਿਬਰਲਿਜ਼ਮ ਦੇ ਵਿੱਚ ਜਿਹੜਾ ਵਿਅਕਤੀ ਹੈਗਾ, ਲਿਬਰਲਿਜ਼ਮ ਦੇ ਜਿਹੜੇ ਸਟਾਰਟਿੰਗ ਵਾਲੇ ਥਿੰਕਰ ਹੋਏ ਨੇਗੇ, ਉਹ ਇਹ ਮੰਨਦੇ ਸੀ ਵਿਅਕਤੀ ਆਜ਼ਾਦ ਹੋਣਾ ਚਾਹੀਦਾ, ਉਹਦੇ ਕਿਸੇ ਵੀ ਕੰਮ ਦੇ ਵਿੱਚ ਇੰਟਰਫੇਅਰ ਨਹੀਂ ਹੋਣੀ ਚਾਹੀਦੀ, ਵਿਵੇਕਸ਼ੀਲ ਵਿਅਕਤੀ ਵਿਵੇਕਸ਼ੀਲ ਵੀ ਹੋਣਾ ਚਾਹੀਦਾ ਜੀ, ਠੀਕ ਹੈ ਜੀ। ਤਾਂ ਇਹਦਾ ਗ੍ਰੇਸ ਮਿਲਿਆ ਸੀ, 2 ਇਹਦੇ ਆਨਸਰ ਬਣਦੇ ਸੀ, ਇਸ ਕਰਕੇ ਸ਼ਾਇਦ ਇਹਦੇ ਗ੍ਰੇਸ ਨੰਬਰ ਵੀ ਉਹਨੂੰ ਮਿਲਿਆ ਹੋਇਆ ਇਹਦਾ। ਨੈਕਸਟ ਇਜ਼ ਦਾ ਕਨਸੈਪਟ ਆਫ ਕਲਾਸ ਸਟਰਗਲ? ਕਲਾਸ ਸਟਰਗਲ ਦਾ ਜਿਹੜਾ ਕਨਸੈਪਟ ਤੁਹਾਨੂੰ ਪਤਾ ਹੀ ਕਿਹਨੇ ਦਿੱਤਾ ਸੀਗਾ ਜੀ? ਵਰਗ ਸੰਘਰਸ਼ ਦਾ ਸਿਧਾਂਤ ਜਿਹੜਾ ਦਿੱਤਾ ਸੀ, ਕਿਹਨੇ ਦਿੱਤਾ ਸੀ? ਕਾਰਲ ਮਾਰਕਸ ਨੇ ਦਿੱਤਾ ਸੀ, ਜਿਹਦੇ ਵਿੱਚ ਉਹ ਵਰਗ ਸੰਘਰਸ਼ ਦੀ ਗੱਲ ਕਰਦਾ ਹੈ, ਪੂੰਜੀਵਾਦ ਦੀ ਤੇ ਸਮਾਜਵਾਦ ਦੀ ਗੱਲ ਕਰਦਾ, ਜਾਂ ਪੂੰਜੀਵਾਦ ਜਿਹੜੇ ਪੂੰਜੀਪਤੀ ਹੋਏ ਨੇ, ਜਿਹੜੇ ਮਜ਼ਦੂਰ ਕਲਾਸ ਹੈ ਉਹਦੀ ਗੱਲ ਕਰਦਾ ਹੈ। ਨੈਕਸਟ ਹੈ ਜੀ 50 ਨੰਬਰ ਕੁਐਸਚਨ, ਵਿਗਿਆਨਿਕ ਸਮਾਜਵਾਦ ਤੇ ਕਿਸ ਨੇ ਧਿਆਨ ਕੇਂਦਰਿਤ ਕੀਤਾ ਸੀ? ਤੇ ਇਹਦਾ ਆਨਸਰ ਵੀ ਆਊਗਾ ਜੀ ਕਾਰਲ ਮਾਰਕਸ, ਠੀਕ ਹੈ ਜੀ। ਕਾਰਲ ਮਾਰਕਸ ਦਾ ਆਨਸਰ ਆਊਗਾ ਵਿਗਿਆਨਿਕ ਸਮਾਜਵਾਦ, ਸਾਇੰਟਿਫਿਕ ਸੋਸ਼ਲਿਜ਼ਮ ਦੇ ਉੱਪਰ। ਨੈਕਸਟ ਕੁਐਸਚਨ ਹੈ ਜੀ, ਹੂ ਵਾਜ ਦਾ ਕਲੋਜ਼ ਐਸੋਸੀਏਟ ਆਫ ਕਾਰਲ ਮਾਰਕਸ? ਕਾਰਲ ਮਾਰਕਸ ਦਾ ਜਿਹੜਾ ਕਰੀਬੀ ਸਹਿਯੋਗੀ ਸੀ ਤਾਂ ਉਹ ਸੀ ਫਰੈਡਰਿਕ ਐਂਜਲਸ, ਠੀਕ ਹੈ ਜੀ। ਐਂਜਲਸ ਇਹਦਾ ਕਾਫੀ ਹੋ ਰਿਹਾ ਹੈਗਾ, ਤੇ ਇਹ ਕਾਫੀ ਜਿਹੜੀ ਬੁੱਕਸ ਵਗੈਰਾ ਨੇ ਇਹਦੇ ਨਾਲ, ਜਾਂ ਸਿਧਾਂਤ ਵਗੈਰਾ ਇਹਦੇ ਨਾਲ ਮਿਲ ਕੇ, ਐਂਜਲਸ ਦੇ ਨਾਲ ਮਿਲ ਕੇ ਬਣਾਏ ਨੇ। ਨੈਕਸਟ 52 ਨੰਬਰ ਕੁਐਸਚਨ, ਜਿਹੜਾ ਹਿੰਦ ਸਵਰਾਜ ਦੇ ਲੇਖਕ ਦੀ ਪਛਾਣ ਕਰੋ, ਕਿਹਨੇ ਲਿਖਿਆ ਸੀ ਹਿੰਦ ਸਵਰਾਜ ਪੁਸਤਕ? ਇਹ ਮਹਾਤਮਾ ਗਾਂਧੀ ਦੀ ਪੁਸਤਕ ਹੈ ਜੀ, ਹਿੰਦ ਸਵਰਾਜ ਪੁਸਤਕ ਲਿਖੀ ਸੀ ਇਹਨਾਂ ਨੇ। ਨੈਕਸਟ ਜੀ 53 ਨੰਬਰ ਕੁਐਸਚਨ ਦੇਖੋ, ਸਰਵੋਦਿਆ ਦਾ ਨੇਤਾ ਗਾ? ਸਰਵੋਦਿਆ ਜਿਹੜੀ ਸੀਗੀ ਇੱਕ ਧਾਰਨਾ ਹੈ ਸਰਵੋਦਿਆ ਦੀ, ਤਾਂ ਇਹਦੇ ਜਿਹੜੇ ਨੇਤਾ ਸੀਗੇ ਜੀ ਸਰਵੋਦਿਆ ਦੇ, ਉਹ ਕੌਣ ਸੀਗੇ ਜੀ? ਉਹ ਵਿਨੋਬਾ ਭਾਵੇ ਸੀਗੇ। ਵਿਨੋਬਾ ਭਾਵੇ ਨੇ ਭੂਦਾਨ ਅੰਦੋਲਨ ਚਲਾਇਆ ਸੀਗਾ, ਤੇ 1950 ਦੇ ਵਿੱਚ ਚੱਲਿਆ ਸੀ ਅੰਦੋਲਨ। 1950 ਦੇ ਵਿੱਚ ਆਈ ਥਿੰਕ 1950 ਦੇ ਨੇੜੇ ਚਲਾਇਆ ਸੀ ਅੰਦੋਲਨ ਇਹ,
ਕਾਫੀ ਲੰਬਾ ਅੰਦੋਲਨ ਚੱਲਿਆ ਇਹਦੇ ਵਿੱਚ, ਭੂਮੀਦਾਨ ਕਰਨ ਦਾ ਅੰਦੋਲਨ ਸੀ। ਵੈਸੇ ਇਹ ਗਾਂਧੀਵਾਦੀ ਲੀਡਰ ਸੀਗੇ। ਨੈਕਸਟ ਹੈ ਜੀ ਮਹਾਤਮਾ ਗਾਂਧੀ ਡਰਾਈਵ ਹਿਜ਼ ਆਈਡੀਆ ਫਰੋਮ। ਮਹਾਤਮਾ ਗਾਂਧੀ ਨੇ ਆਪਣੇ ਜਿਹੜੇ ਵਿਚਾਰ ਸੀ ਕਿਤੋਂ ਲਏ ਨੇ, ਥੋਰੇ ਤੋਂ ਲਏ ਆ, ਟੋਲਸਟਾਏ ਤੋਂ ਲਏ, ਐਮਰਸਨ ਤੋਂ, ਇਹਨਾਂ ਸਾਰਿਆਂ ਤੋਂ ਲਏ ਸੀ ਜੀ ਇਹਨਾਂ ਨੇ। ਨੈਕਸਟ ਹੈ ਜੀ 55 ਨੰਬਰ ਕੁਐਸਚਨ, ਵਿਚ ਹਾਊਸ ਇਜ਼ ਕਾਲਡ ਦਾ ਅਪਰ ਹਾਊਸ। ਇਹ ਸਿੰਪਲ ਕੁਐਸਚਨ ਹੈ। ਇਹਨਾਂ ਵਿੱਚ ਕਿਹੜਾ ਸਦਨ ਭਾਰਤ ਦਾ ਉੱਪਰਲਾ ਸਦਨ ਆਉਂਦਾ ਹੈ? ਤਾਂ ਸਾਨੂੰ ਪਤਾ ਹੀ ਰਾਜ ਸਭਾ ਸਾਡਾ ਉੱਪਰਲਾ ਸਦਨ ਹੈ, ਲੋਕ ਸਭਾ ਸਾਡਾ ਹੇਠਲਾ ਸਦਨ ਹੈ। ਹੂ ਇਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਉਸ ਟਾਈਮ 2016 ਦੀ ਗੱਲ ਕਰਦੇ ਹੈ, 2017 ਦੇ ਵਿੱਚ ਨਵਾਂ ਰਾਸ਼ਟਰਪਤੀ ਭਾਰਤ ਦਾ ਚੁਣਿਆ ਗਿਆ ਸੀਗਾ। ਤਾਂ ਉਸ ਟਾਈਮ ਜਿਹੜਾ ਪ੍ਰਣਬ ਮੁਖਰਜੀ ਸੀਗਾ। ਜੇ ਅੱਜ ਕੁਐਸਚਨ ਪੁੱਛਿਆ ਜਾਂਦਾ ਤਾਂ ਅਸੀਂ ਕਹਾਂਗੇ ਜੀ ਰਾਮਨਾਥ ਕੋਵਿੰਦ ਜਿਹੜੇ ਨੇ ਸਾਡੇ ਭਾਰਤ ਦੇ ਨਵੇਂ ਪ੍ਰਾਈਮ ਮਿਨਿਸਟਰ ਨੇ। ਮੈਂਸ਼ਨ ਦਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ। ਪਹਿਲੇ ਪ੍ਰੈਜ਼ੀਡੈਂਟ ਸਾਨੂੰ ਪਤਾ ਹੀ ਹੈ, ਸਿੰਪਲ ਕੁਐਸਚਨ ਆਇਆ ਸੀ ਬਿਲਕੁਲ ਇਹ, ਡਾਕਟਰ ਰਾਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀਗੇ ਜੀ। ਕਿੰਨੀ ਟਰਮ ਹੁੰਦੀ ਹੈ ਸਾਡੇ? 58 ਨੰਬਰ ਕੁਐਸਚਨ। 5 ਸਾਲ ਦਾ ਟਰਮ ਹੁੰਦਾ ਹੈ ਜੀ, ਠੀਕ ਹੈ। ਕੋਈ ਵੀ ਵਿਅਕਤੀ ਜਿਹੜਾ 2 ਸਾਲ ਤੋਂ ਜ਼ਿਆਦਾ ਵੀ 2 ਵਾਰ ਤੋਂ ਵੀ ਵੱਧ ਬਣ ਸਕਦਾ ਹੈਗਾ, 1 ਵਾਰ ਤੋਂ ਵੱਧ ਬਣ ਸਕਦਾ ਹੈਗਾ। ਹੁਣ ਤੱਕ ਕਿੰਨਾ ਟਾਈਮ ਰਹੇਗਾ ਜੀ? ਸਾਡੇ ਰਾਸ਼ਟਰਪਤੀ 12 ਸਾਲ ਰਹੇ ਨੇਗੇ, 12 ਸਾਲ ਦਾ ਕਾਰਜਕਾਲ ਉਹਨਾਂ ਦਾ ਰਿਹਾ ਜੀ। ਤਾਂ ਕਿੰਨਾ ਸੇਵਾ ਕਾਲ ਹੁੰਦਾ? 5 ਸਾਲ ਦਾ ਆਨਸਰ ਬਣੂਗਾ ਜੀ ਬੀ। 59 ਨੰਬਰ ਕੁਐਸਚਨ ਦੇਖੋ, ਵਿਚ ਆਰਟੀਕਲ ਆਫ ਕੰਸਟੀਟਿਊਸ਼ਨ ਡੀਲਸ ਵਿਦ ਦਾ ਇੰਪੀਚਮੈਂਟ ਆਫ। ਭਾਰਤ ਦੇ ਰਾਸ਼ਟਰਪਤੀ ਨੂੰ ਜਿਹੜਾ ਹਟਾਉਣ ਦਾ ਜਿਹੜਾ ਆਰਟੀਕਲ ਹੈ ਜੀ ਕਿੰਨਾ ਹੈ ਜੀ? ਆਰਟੀਕਲ ਨੰਬਰ 60 ਆਰਟੀਕਲ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ 60 ਆਰਟੀਕਲ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਜਾਂਦੀ ਹੈ, ਤੇ ਆਰਟੀਕਲ 61 ਦੇ ਤਹਿਤ ਹਟਾਇਆ ਜਾਂਦਾ ਜੀ। ਆਰਟੀਕਲ 61 ਹੋਊਗਾ ਜੀ। ਸਹੁੰ ਦਾ ਜਿਹੜਾ ਆਰਟੀਕਲ ਹੈ ਉਹ 60 ਆਰਟੀਕਲ ਹੈ, ਤੇ 61 ਆਰਟੀਕਲ ਦੇ ਤਹਿਤ ਰਾਸ਼ਟਰਪਤੀ ਨੂੰ ਹਟਾਇਆ ਜਾ ਸਕਦਾ ਹੈ। 60 ਨੰਬਰ ਕੁਐਸਚਨ ਦੇਖੋ, ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਐਕਸਰਸਾਈਜ਼ ਐਮਰਜੈਂਸੀ ਪਾਵਰ ਵਿੱਚ ਆਰਟੀਕਲ ਆਫ ਇੰਡੀਅਨ ਕੰਸਟੀਟਿਊਸ਼ਨ। ਜਿਹੜਾ ਭਾਰਤ ਦਾ ਰਾਸ਼ਟਰਪਤੀ ਆ ਉਹ ਆਪਣੀਆਂ ਜਿਹੜੀ ਐਮਰਜੈਂਸੀ ਪਾਵਰ ਨੇ ਉਹ ਕਿਸ ਆਰਟੀਕਲ ਦੇ ਤਹਿਤ ਪ੍ਰਯੋਗ ਕਰਦਾ? ਸਾਨੂੰ ਪਤਾ ਵੀ 352 ਜਿਹੜਾ ਆਰਟੀਕਲ ਹੈ ਉਹਦੇ ਤਹਿਤ ਜਿਹੜਾ ਆਪਾਤਕਾਲੀਨ ਸ਼ਕਤੀਆਂ ਦਾ ਵਰਣਨ ਕੀਤਾ ਗਿਆ ਹੈਗਾ। 300 ਰਾਸ਼ਟਰੀ ਆਪਾਤਕਾਲ ਦਾ ਵਰਣਨ ਕੀਤਾ ਜਾਂਦਾ ਹੈ, ਤੇ ਆਰਟੀਕਲ ਜਿਹੜਾ 356 ਹੈਗਾ ਇਹਦੇ ਵਿੱਚ ਰਾਸ਼ਟਰਪਤੀ ਦੀਆਂ ਜਿਹੜੀਆਂ ਤੁਹਾਡੀ ਰਾਜਾਂ ਦੇ ਨਾਲ ਸੰਬੰਧੀ ਜਿਹੜੀ ਹੈ ਰਾਸ਼ਟਰਪਤੀ ਸ਼ਾਸਨ ਬੋਲਦੇ ਆ, ਤੇ ਸੀ ਜਿਹੜਾ ਹੋਊਗਾ ਇਹ ਵਿੱਤੀ ਜਿਹੜੀ ਆਪਾਤਕਾਲ ਹੈ ਇਹਦੇ ਨਾਲ ਸੰਬੰਧਿਤ ਹੈ। ਤਾਂ ਤਿੰਨੇ ਜਿਹੜੀਆਂ ਸ਼ਕਤੀਆਂ ਨੇ ਜੀ ਇਹ ਰਾਸ਼ਟਰਪਤੀ ਦੇ ਆਪਾਤਕਾਲੀਨ ਸ਼ਕਤੀਆਂ ਨਾਲ ਸੰਬੰਧਿਤ ਨਹੀਂ। ਆਰਟੀਕਲ 352 356 ਤੇ 360 ਤੇ ਇਹਦਾ ਆਨਸਰ ਬਣੂਗਾ ਜੀ ਡੀ। ਠੀਕ ਹੈ ਜੀ। 61 ਨੰਬਰ ਕੁਐਸਚਨ ਦੇਖੋ, ਇਹਨਾਂ ਵਿੱਚੋਂ ਕਿਹੜੇ ਪ੍ਰਧਾਨ ਮੰਤਰੀ ਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ? ਕਿਹੜਾ ਪ੍ਰਧਾਨ ਮੰਤਰੀ ਸੰਸਦ ਵਿੱਚ ਨਹੀਂ ਗਿਆ ਸੀ? ਪ੍ਰਧਾਨ ਮੰਤਰੀ ਬਣ ਗਏ ਸੀ ਉਹ 3-4 ਮਹੀਨੇ ਲਈ ਬਣੇ ਸੀਗੇ। ਤਾਂ ਚੌਧਰੀ ਚਰਨ ਸਿੰਘ। ਕਾਫੀ ਪੁਰਾਣਾ ਕੁਐਸਚਨ ਤੇ ਇੰਪੋਰਟੈਂਟ ਕੁਐਸਚਨ ਹੈ ਇਹ। ਨੈਕਸਟ ਜੀ 62 ਨੰਬਰ ਕੁਐਸਚਨ ਦੇਖੋ, ਹੂ ਵਾਜ਼ ਦਾ ਡਿਪਟੀ ਪ੍ਰਾਈਮ ਮਿਨਿਸਟਰ ਇਨ ਇੰਡੀਆ ਡਿਊਰਿੰਗ 2002 ਤੋਂ ਲੈ ਕੇ 4 ਤੱਕ। ਪਹਿਲੇ ਜਿਹੜੇ ਸੀਗੇ ਜੀ ਉਹ ਸਰਦਾਰ ਵੱਲਭ ਭਾਈ ਪਟੇਲ ਸੀਗੇ। ਲਾਸਟ ਜਿਹੜੇ 2002 ਤੋਂ ਬਾਅਦ 4 ਤੱਕ ਰਹੇ ਨੇਗੇ। ਉਸ ਤੋਂ ਬਾਅਦ ਕੋਈ ਵੀ ਵਿਅਕਤੀ ਉਪ ਪ੍ਰਧਾਨ ਮੰਤਰੀ ਨਹੀਂ ਬਣਿਆ। ਵੈਸੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸਾਡੇ ਸੰਵਿਧਾਨ ਦੇ ਵਿੱਚ ਨਹੀਂ ਦਰਜ ਕੀਤਾ ਜਾਂਦਾ, ਇਹ ਸੰਵਿਧਾਨਿਕ ਪੋਸਟ ਨਹੀਂ ਹੈਗੀ, ਪਰ ਫਿਰ ਵੀ ਸਮੇਂ-ਸਮੇਂ ਤੇ ਸਰਕਾਰਾਂ ਨੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਕ੍ਰੀਏਟ ਕੀਤਾ ਹੈਗਾ। ਤਾਂ ਐਲ ਕੇ ਅਡਵਾਨੀ ਸਾਡੇ 2002 ਤੋਂ ਲੈ ਕੇ 4 ਤੱਕ ਉਪ ਪ੍ਰਧਾਨ ਮੰਤਰੀ ਰਹੇ ਨੇ। ਹੂ ਇਜ਼ ਦਾ ਗਵਰਨਰ ਆਫ ਪੰਜਾਬ? ਉਸ ਟਾਈਮ 2016 ਦੇ ਵਿੱਚ ਕਪਤਾਨ ਸਿੰਘ ਸੋਲੰਕੀ ਸੀਗੇ। ਠੀਕ ਹੈ ਜੀ। ਤੇ ਇਸ ਕਰਕੇ ਕਪਤਾਨ ਸਿੰਘ ਸੋਲੰਕੀ ਇਹ ਬਣਨਾ ਸੀ ਇਹਦਾ ਆਨਸਰ। ਪਰ ਜੇ ਤੁਹਾਨੂੰ ਹੁਣ ਪੁੱਛੂਗਾ ਤਾਂ ਉਹ ਸੀਗੇ ਜੀ ਵੀਪੀ ਸਿੰਘ। ਹੁਣ ਹੈਗੇ ਨੇ ਵੀਪੀ ਸਿੰਘ ਬਦਨੌਰ। ਠੀਕ ਹੈ। ਨੈਕਸਟ ਹੈ ਜੀ, ਵਟ ਇਜ਼ ਦਾ ਨੰਬਰ ਆਫ ਮੈਂਬਰ ਆਫ ਪਾਰਲੀਮੈਂਟ ਇਨ ਲੋਕ ਸਭਾ ਫਰੋਮ ਪੰਜਾਬ? ਪੰਜਾਬ ਤੋਂ ਜਿਹੜੇ ਪਾਰਲੀਮੈਂਟ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਜੀ? ਇਹ ਚੁਣੇ ਜਾਂਦੇ ਜੀ ਲੋਕ ਸਭਾ ਦੇ ਵਿੱਚ 13 ਮੈਂਬਰ। ਠੀਕ ਹੈ। ਤੇ ਰਾਜ ਸਭਾ ਦੇ ਕਿੰਨੇ ਨੇਗੇ? ਰਾਜ ਸਭਾ ਦੇ ਹੈਗੇ ਨੇ 7 ਮੈਂਬਰ। ਠੀਕ ਹੈ ਜੀ। ਤਾਂ ਇਹਦਾ ਆਨਸਰ ਬਣੂਗਾ ਜੀ ਬੀ। ਵਿਚ ਹਾਊਸ ਇਜ਼ ਨਾਟ ਪ੍ਰੈਜ਼ੈਂਟ ਇਨ ਪੰਜਾਬ? ਪੰਜਾਬ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਹਾਊਸ ਨਹੀਂ ਹੈ? ਵਿਧਾਨ ਸਭਾ ਹੈਗੀ ਹੈ ਜੀ? ਹਾਂ ਹੈਗੀ ਹੈ, ਸਾਨੂੰ ਪਤਾ ਹੈ। ਰਾਜ ਸਭਾ ਹੈਗੀ ਹੈ? ਨਹੀਂ ਹੈਗੀ ਜੀ। ਠੀਕ ਹੈ। ਵਿਧਾਨ ਪ੍ਰੀਸ਼ਦ ਹੈਗੀ ਹੈ? ਵਿਧਾਨ ਪ੍ਰੀਸ਼ਦ ਵੀ ਨਹੀਂ ਹੈਗੀ। ਜ਼ਿਲ੍ਹਾ ਪ੍ਰੀਸ਼ਦ ਹੈਗੀ ਹੈ? ਜ਼ਿਲ੍ਹਾ ਪ੍ਰੀਸ਼ਦ ਹੈਗੀ ਹੈ। ਮਤਲਬ ਇਹਦੇ 2 ਆਨਸਰ ਬਣਦੇ ਸੀ। ਆਈ ਥਿੰਕ ਇਹਦੀ ਗ੍ਰੇਸ ਨੰਬਰ ਮਿਲੀ ਸੀਗੀ, ਮੈਨੂੰ ਕਲੀਅਰ ਨਹੀਂ ਹੈਗਾ, ਪਰ ਇਹਦੇ ਵਿੱਚ ਰਾਜ ਸਭਾ ਵੀ ਨਹੀਂ ਹੈਗੀ ਤੇ ਵਿਧਾਨ ਪ੍ਰੀਸ਼ਦ ਵੀ ਨਹੀਂ ਹੈਗੀ। ਇਹ ਅੱਜ ਕੱਲ੍ਹ ਵਿਧਾਨ ਸਭਾ ਹੀ ਹੈ ਇਹਦੇ ਵਿੱਚ, ਤੇ ਜ਼ਿਲ੍ਹਾ ਪ੍ਰੀਸ਼ਦ ਤਾਂ ਚਲੋ ਠੀਕ ਹੈ ਛੋਟੀ ਇਕਾਈ ਹੋ ਗਈ ਇਹਦੀ, ਪਰ ਇਹ ਹੈਗੀ ਹੈ। ਹਾਊ ਮੈਨੀ ਸਟੇਟਸ ਆਰ ਦੇਅਰ ਇਨ ਇੰਡੀਆ? ਕਿੰਨੀਆਂ ਸਟੇਟਸ ਨੇ ਜੀ? ਹੁਣ ਜੇ ਪੁੱਛੂਗਾ ਤਾਂ 28 ਨੇਗੀਆਂ। ਪਹਿਲਾਂ ਕਿੰਨੀਆਂ ਸੀ ਜੀ? 29 ਸੀ। ਇਸ ਆਨਸਰ ਇਹ ਬਣਨਾ ਸੀ। ਹੁਣ ਤੁਹਾਨੂੰ ਪੁੱਛੂਗਾ ਤਾਂ 28 ਸਟੇਟਸ ਨੇਗੀਆਂ। ਤੇ ਕਿੰਨੇ ਯੂਟੀਜ਼ ਨੇ? 8 ਯੂਟੀਜ਼ ਨੇ ਸਾਡੇ। ਠੀਕ ਹੈ ਜੀ। ਇੱਕ ਯੂਟੀਜ਼ ਨੂੰ ਮਰਜ ਕੀਤਾ ਗਿਆ ਹੈਗਾ, ਦਮਨਦੀਪ ਤੇ ਦਾਦਰਾ ਨਗਰ ਹਵੇਲੀ ਨੂੰ ਮਰਜ ਕਰ ਦਿੱਤਾ ਗਿਆ ਹੈਗਾ। ਠੀਕ ਹੈ ਜੀ। ਨੈਕਸਟ ਹੈ ਜੀ 67 ਨੰਬਰ ਕੁਐਸਚਨ, ਆਰਟੀਕਲ 5 ਤੋਂ ਲੈ ਕੇ ਜਿਹੜਾ 11 ਹੈਗਾ ਕਿਸ ਚੀਜ਼ ਨਾਲ ਸੰਬੰਧਿਤ ਹੈ? ਤਾਂ ਸਾਨੂੰ ਪਤਾ ਜੀ ਆਰਟੀਕਲ ਜਿਹੜਾ ਸਾਡਾ ਭਾਗ ਨੰਬਰ 2 ਦੇ ਵਿੱਚ ਆ ਜਾਂਦਾ ਇਹ, ਤਾਂ ਕਿਸ ਚੀਜ਼ ਨਾਲ ਸੰਬੰਧਿਤ ਹੈ? ਨਾਗਰਿਕਤਾ ਦੇ ਨਾਲ, ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਹੈ ਜੀ ਇਹ। 68 ਨੰਬਰ ਆਰਟੀਕਲ ਦੇਖੋ ਜੀ, 2003 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਸ਼ਰਤ ਲਿਆਂਦੀ ਗਈ ਸੀਗੀ? ਤਾਂ ਇਹ ਭਾਰਤ ਦੇ ਵਿੱਚ ਭਾਰਤੀ ਮੂਲ ਮਤਲਬ ਪਰਸਨ ਆਫ ਇੰਡੀਅਨ ਓਰੀਜਨ ਤੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਇਹਨਾਂ ਦੋਨਾਂ ਨੂੰ ਮਤਲਬ ਮਰਜ ਕੀਤਾ ਗਿਆ ਸੀਗਾ। ਤਾਂ ਇਹਦਾ ਆਨਸਰ ਬਣੂਗਾ ਜੀ ਏ ਐਂਡ ਬੀ। 68 ਨੰਬਰ ਕੁਐਸਚਨ ਦਾ। 69 ਨੰਬਰ ਕੁਐਸਚਨ ਦੇਖੋ, 69 ਨੰਬਰ ਕੁਐਸਚਨ ਦੇਖੋ, ਆਇਡੈਂਟੀਫਾਈ ਦਾ ਪਰਸਨ ਰਿਸਪੌਂਸਿਬਲ ਫॉर ਦਾ ਨੌਨ ਲੀਗਲ ਮੂਵਮੈਂਟ। ਜਿਹੜਾ
ਅਸਹਿਯੋਗ ਅੰਦੋਲਨ ਚੱਲਿਆ ਸੀ, ਇਹਦੇ ਲਈ ਕਿਹੜੇ-ਕਿਹੜੇ ਵਿਅਕਤੀ ਜ਼ਿੰਮੇਵਾਰ ਸੀਗੇ, ਕਿਹਨਾਂ ਵਿਅਕਤੀਆਂ ਨੇ ਇਸ ਨੂੰ ਸਟੈਬਲਿਸ਼ ਕੀਤਾ ਸੀਗਾ? ਜੋਸਫ ਟਿਟੋ ਵੀ ਸੀਗੇ ਜੀ, ਏ ਨਾਸਿਰ ਵੀ ਸੀਗੇ, ਜਵਾਹਰ ਲਾਲ ਨਹਿਰੂ ਵੀ ਸੀ। ਇਹਦਾ ਆਨਸਰ ਬਣੂਗਾ ਜੀ ਡੀ। ਇਹ ਸਾਰੇ ਵਿਅਕਤੀ ਸੀਗੇ ਜਿਹੜੇ ਇਹਦੇ ਵਿੱਚ ਸ਼ਾਮਿਲ ਸੀਗੇ। ਤੇ ਨੈਕਸਟ ਹੈ ਜੀ 70 ਨੰਬਰ ਕੁਐਸਚਨ। 70 ਨੰਬਰ ਕੁਐਸਚਨ the idea of ਪੰਚਸ਼ੀਲ ਆਰਗੇਨਾਈਜ਼ ਫਰੋਮ, ਜਿਹੜਾ ਪੰਚਸ਼ੀਲ ਦਾ ਜਿਹੜਾ ਸਿਧਾਂਤ ਹੈਗਾ ਇਹ ਕਿੱਥੋਂ ਲਿਆ ਗਿਆ ਹੈਗਾ? ਪੰਚਸ਼ੀਲ ਦਾ ਜਿਹੜਾ ਸਿਧਾਂਤ ਸੀ ਜੀ ਇਹ ਅਸੀਂ ਭਾਰਤ ਤੋਂ ਲਿਆ ਹੈਗਾ, ਬੁੱਧ ਧਰਮ ਦੇ ਨਾਲ ਰਿਲੇਟਡ ਸੀਗਾ ਇਹ ਸਿਧਾਂਤ ਜਿਹੜਾ। 71 ਨੰਬਰ ਕੁਐਸਚਨ ਦੇਖੋ, ਵਿਦ ਹੋਮ ਦਾ ਜਵਾਹਰ ਲਾਲ ਨਹਿਰੂ ਸਾਈਨ ਇਨ ਟ੍ਰੀਟੀ ਆਫ 1954 ਔਨ ਦਾ ਬੇਸਿਸ ਆਫ ਪੰਚਸ਼ੀਲ। ਤਾਂ 1954 ਦੇ ਵਿੱਚ ਜਿਹੜੇ ਸਾਡੇ ਜਵਾਹਰ ਲਾਲ ਨਹਿਰੂ ਸੀ ਇਹਨਾਂ ਨੇ ਕਿਹਦੇ ਨਾਲ ਜਿਹੜੀ ਸੰਧੀ ਸ਼ਾਮਿਲ ਹਸਤਾਖਰ ਕੀਤੀ ਸੀਗੀ ਪੰਚਸ਼ੀਲ ਦੇ ਉੱਪਰ? ਤਾਂ ਚਾਓ ਐਨ ਲਾਈ ਚਾਈਨਾ ਦੇ ਪ੍ਰਧਾਨ ਮੰਤਰੀ ਸੀ, ਤਾਂ ਇਹਦੇ ਨਾਲ ਇਹਨਾਂ ਦਾ ਸਮਝੌਤਾ ਹੋਇਆ ਸੀਗਾ ਚਾਓ ਐਨ ਲਾਈ। ਤਾਂ ਆਨਸਰ ਹੋਊਗਾ ਜੀ ਸੀ। 72 ਨੰਬਰ ਕੁਐਸਚਨ ਦੇਖੋ, ਦ ਨੌਨ ਲੀਗਲ ਮੂਵਮੈਂਟ ਸਟੂਡ ਫॉर, ਕਿਸ ਚੀਜ਼ ਲਈ ਸਥਾਪਿਤ ਕੀਤੀ ਗਈ ਸੀ ਨੌਨ ਲੀਗਲ ਮੂਵਮੈਂਟ? ਅਸਹਿਯੋਗ ਮੂਵਮੈਂਟ ਜਿਹੜੀ ਸਥਾਪਿਤ ਹੋਈ ਸੀਗੀ, ਤਾਂ ਕਾਹਦੇ ਲਈ ਖਾਤਮਾ ਕਰਨਾ ਸੀ? ਸ਼ਾਂਤੀ, ਆਪਸੀ ਹੋਂਦ ਲਈ ਸ਼ਾਂਤੀ ਬਣਾਉਣੀ ਸੀ, ਨਿਸ਼ਸਤਰੀਕਰਨ ਕਰਨੀ ਸੀ, ਹਥਿਆਰਾਂ ਦਾ ਖਾਤਮਾ ਕਰਨਾ ਸੀਗਾ, ਗੈਰ ਬਸਤੀਵਾਦ ਲਈ। ਤਾਂ ਆਨਸਰ ਬਣੂਗਾ ਜੀ ਡੀ, ਇਹਦਾ ਸਾਰਿਆਂ ਲਈ ਆਉਣਾ ਸੀਗਾ ਇਹ। ਨੈਕਸਟ ਹੈ ਜੀ ਸਿਟੀਜ਼ਨਸ਼ਿਪ ਮੀਨ, ਸਿਟੀਜ਼ਨਸ਼ਿਪ ਦਾ ਮਤਲਬ ਕੀ ਹੈ ਇੱਥੇ? ਤਾਂ ਨਾਗਰਿਕਤਾ ਤੋਂ ਕੀ ਭਾਵ ਹੈ? ਸਮਾਜ ਦੀ ਮੈਂਬਰਸ਼ਿਪ ਹੈ, ਸਮਾਜਿਕ ਸ਼ਨਾਖਤ ਹੈ, ਵਿਅਕਤੀ ਦੀ ਨਾਗਰਿਕਤਾ ਦੇ ਤੌਰ ਤੇ ਕਾਨੂੰਨੀ ਸ਼ਨਾਖਤ ਹੈ, ਠੀਕ ਹੈ ਜੀ। ਤਾਂ ਰਾਜ ਦੀ ਮੈਂਬਰਸ਼ਿਪ ਹੈ, ਇਹਦਾ ਆਨਸਰ ਬਣੂਗਾ ਜੀ ਬੀ ਐਂਡ ਸੀ, ਠੀਕ ਹੈ ਜੀ। ਰਾਜ ਹੂ ਇਜ਼ ਦਾ ਚੇਅਰਪਰਸਨ ਆਫ ਰਾਜ ਸਭਾ, ਰਾਜ ਸਭਾ ਦਾ ਚੇਅਰਮੈਨ ਕੌਣ ਹੈਗਾ? ਤਾਂ ਆਪਾਂ ਨੂੰ ਪਤਾ ਜੀ ਇਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦੇ ਜਿਹੜੇ ਨੇ ਇਹ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਨੇ। ਤੇ ਲਾਸਟ ਕੁਐਸਚਨ ਜਿਹੜਾ ਹੈਗਾ ਜੀ, ਨੇਮ ਆਫ ਦਾ ਫਸਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਆਪਾਂ ਨੂੰ ਪਤਾ ਜੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ, ਐਸ ਰਾਧਾਕ੍ਰਿਸ਼ਨ ਜਿਹੜੇ ਸੀਗੇ, ਠੀਕ ਹੈ। ਤੇ ਇਹ ਕਾਫੀ ਹੈਲਪਫੁਲ ਹੋਣਗੇ ਤੁਹਾਨੂੰ ਕੁਐਸਚਨ ਇਹ, ਤੇ ਆਈ ਹੋਪ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਓਗੇ। ਤੇ ਮੈਂ ਨੈਕਸਟ ਜਿਹੜੇ ਕੁਐਸਚਨ ਹੋਣਗੇ ਜਿਹੜੇ 2017 ਦੇ ਵਿੱਚ ਪੇਪਰ ਆਇਆ ਸੀਗਾ, ਤੇ ਉਹਦੇ ਨਾਲ ਰਿਲੇਟਡ ਵੀ ਕੁਐਸਚਨ ਤੁਹਾਨੂੰ ਮੈਂ ਪਾ ਦੂੰਗਾ ਇਹਦੇ ਵਿੱਚ। ਤੇ ਠੀਕ ਹੈ, ਸੋ ਇਹ ਕੁਐਸਚਨ ਕਾਫੀ ਸਾਨੂੰ ਹੈਲਪਫੁਲ ਕਰਨਗੇ। ਤੇ ਇੱਕ ਮੈਂ ਇਸ ਤੋਂ ਬਾਅਦ ਪੋਲੀਟੀਕਲ ਸਾਇੰਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਮਾਸਟਰ ਗੇਡਰ ਦਾ ਪੇਪਰ ਹੋਇਆ ਸੀ ਹਿਸਟਰੀ ਦਾ ਪੋਰਸ਼ਨ ਉਹ ਵੀ ਪਾਊਂਗਾ, ਦੋਨੇ ਪੇਪਰ ਪਾਊਂਗਾ। ਤੇ ਜਿਹੜਾ ਲੈਕਚਰ ਦਾ ਪੇਪਰ ਹੋਇਆ ਪੋਲੀਟੀਕਲ ਸਾਇੰਸ ਦਾ ਤੇ ਹਿਸਟਰੀ ਦਾ ਜਿਹੜਾ ਹੋਏਗਾ ਉਹ ਵੀ ਤੁਹਾਨੂੰ ਮੈਂ ਕੁਐਸਚਨ ਮੈਂ ਤੁਹਾਨੂੰ ਜਲਦੀ ਪਾ ਦੂੰਗਾ ਇਹਦੇ ਵਿੱਚ, ਠੀਕ ਹੈ ਜੀ। ਤੇ ਮੈਨੂੰ ਆਸ ਹੈ ਵੀ ਤੁਹਾਨੂੰ ਇਹ ਹੈਲਪ ਕਰਨਗੇ, ਤੇ ਤੁਸੀਂ ਅਗਲੀ ਵੀਡੀਓਜ਼ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓਜ਼ ਨੂੰ, ਠੀਕ ਹੈ ਜੀ, ਤਾਂ ਕਿ ਜਿਹੜੇ ਕੁਐਸਚਨ ਨੇ ਜਾਂ ਇਹ ਵੀਡੀਓ ਜਿਹੜੀ ਕਿਸੇ ਦੇ ਕੰਮ ਆ ਸਕੇ। ਥੈਂਕ ਯੂ।